ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ। ਇਹ ਭਾਗਾਂ ਵਾਲਾ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਕਲੰਗੀਆਂ ਵਾਲੇ ਬਾਪੂ ਨੇ 9 ਦਿਨ ਭਾਗ ਲਾਏ। ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਪਾਤਸ਼ਾਹ 9 ਦਿਨ 1763 ਬਿਕਰਮੀ ਦੇ ਵਿੱਚ 18 ਜੇਠ ਨੂੰ ਇੱਥੇ ਪਹੁੰਚੇ। ਇਲਾਕੇ ਭਰ ਦੀਆਂ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ, ਨਾਮਦਾਨ ਲੈਂਦੀਆਂ, ਖੰਡੇ ਦੀ ਪੌਲ ਛਕਦੀਆਂ, ਗੁਰੂ ਕੇ ਜਹਾਜ਼ੇ ਚੜ੍ਹਦੀਆਂ, ਬੜੇ ਹੀ ਅਲੌਕਿਕ ਭਾਣੇ ਵਰਤਦੇ। ਜੋ ਬਰਤਾਂਤ ਗੁਰੂ ਨਾਨਕ ਸਾਹਿਬ ਨੇ ਚਾਰੇ ਉਦਾਸੀਆਂ ਦੌਰਾਨ ਵਰਤਾਇਆ, ਸੰਗਤਾਂ ਨੂੰ ਨਾਮਦਾਨ ਦੇ ਗੱਫੇ ਵੰਡੇ, ਉਹ ਰਹੁ ਰੀਤ, ਉਹ ਗੱਲਬਾਤ ਜਿਹਨੂੰ ਖੰਡੇ ਦੀ ਪੌਲ 'ਚ ਬਦਲਿਆ, ਉਹ ਸਾਰੇ ਗੁੱਝੇ ਭੇਦ, ਉਹ ਰਹੱਸ ਮਾਈ ਦੇਸਾਂ ਕੋਲ ਪਾਤਸ਼ਾਹ ਨੇ ਸਾਂਝੇ ਕੀਤੇ। ਮਾਤਾ ਦੀ ਝੋਲੀ ਪਾਏ ਤੇ ਮਾਤਾ ਨੇ ਰਹਿਮਤ ਕੀਤੀ। ਇਸ ਜੀਵਨ ਵਿੱਚ ਬਚਪਨ ਤੋਂ ਲੈ ਕੇ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਗੁਰੂ ਦਾ ਅਧਿਐਨ ਕਰਦਿਆਂ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਿਆਂ, ਦੀਦਾਰ ਕਰਦਿਆਂ, ਜੋ ਹੀਰੇ ਮੋਤੀ ਮਾਤਾ ਜੀ ਨੇ ਸਾਡੀ ਝੋਲੀ ਪਾਏ, ਜੋ ਸੂਤਰ ਸਮਝਾਏ, ਜੋ ਬੀਜ ਮੰਤਰ ਦੱਸੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਗੱਲ ਜਿਹੜੀ ਪਾਤਸ਼ਾਹ ਦੱਸ ਕੇ ਗਏ ਕਿਹੜੀ ਆ, ਜਿਹਦਾ ਕਰਕੇ ਅਸੀਂ ਜਦੋਂ ਹੀ ਗੁਰਬਾਣੀ ਦੇ ਲੜ ਲੱਗ ਜਾਈਏ ਸਾਡੇ ਦੁੱਖਾਂ ਦਾ ਨਾਸ ਹੋਣਾ ਸ਼ੁਰੂ ਹੋ ਜਾਵੇ। ਉਹ ਕਿਹੜਾ ਸੂਤਰ ਆ ਜਿਹਦੇ ਮਹਾਰਾਜ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ, ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ, ਸਹਿਜ ਅਵਸਥਾ ਬਣ ਆਉਂਦੀ ਹੈ, ਆਤਮਿਕ ਅਡੋਲਤਾ ਦੀ ਅਵਸਥਾ ਬਣ ਜਾਂਦੀ ਹੈ। ਇਹ ਸੰਸਾਰ 'ਚ ਹੁੰਦਿਆਂ ਹੋਇਆਂ ਵੀ ਉਹ ਗੁਰਸਿੱਖ ਇੱਥੇ ਨਹੀਂ ਹੁੰਦਾ, ਉਹ ਹਰ ਵੇਲੇ ਇੱਕ ਅਲੌਕਿਕ ਇਲਾਹੀ ਆਨੰਦ ਮਾਣਦਾ। ਤੇ ਮਾਤਾ ਨੇ ਜੋ ਹੁਕਮ ਕੀਤਾ ਕਿ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਇਆ ਕਰੋ, ਔਰ ਜਿਹੜੀ ਬ੍ਰਹਮ ਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਿਸ਼ ਕਰਕੇ ਗਏ ਹੈ, ਉਸੇ ਦ੍ਰਿਸ਼ਟੀ ਨਾਲ ਗੁਰਬਾਣੀ ਦੇ ਅਰਥ ਕਰਦਿਆਂ ਸੰਗਤ ਦੀ ਝੋਲੀ ਉਹ ਹੀਰੇ ਮੋਤੀ ਪਾਓ, ਤਾਂ ਕਿ ਹਰ ਇੱਕ ਦਾ ਜੀਵਨ ਬਣ ਸਕੇ, ਜੀਵਨ ਸਵਰ ਸਕੇ, ਜਿਉਂਦੇ ਜੀ ਜੀਵਨ ਮੁਕਤੀ ਮਿਲੇ, ਕਰਤੇ ਪੁਰਖ ਨਾਲ ਇੱਕ ਮਿਕਤਾ ਦਾ ਅਹਿਸਾਸ ਹੋ ਜਾਵੇ। ਆਓ ਅੱਜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਬੜਹੰਸ ਰਾਗ ਦੇ ਵਿੱਚ ਸਾਡੀ ਝੋਲੀ ਕੀ ਪਾਉਂਦੇ ਨੇ ਆਪਾਂ ਵਿਚਾਰ ਕਰਾਂਗੇ। ਬੜਹੰਸ ਮਹੱਲਾ ਤੀਜਾ। ਸੁਣਿਓ ਕੰਤ ਮਹੇਲੀ ਹੋ, ਫਿਰ ਸੇਵਹੁ ਸ਼ਬਦ ਵਿਚਾਰ, ਅਵਗਣਵੰਤੀ ਪਿਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਸਤਿਗੁਰਾਂ ਦੀ ਝੋਲੀ ਕਰਤੇ ਪੁਰਖ ਦੇ, ਅਕਾਲ ਪੁਰਖ ਦੇ, ਸਿਰਜਣਹਾਰ ਦੇ ਖਜ਼ਾਨੇ ਹੁੰਦੇ ਹਨ, ਤੇ ਉਹਨਾਂ ਖਜ਼ਾਨਿਆਂ ਦੀਆਂ ਚਾਬੀਆਂ ਹੁੰਦੀਆਂ ਹਨ। ਤੇ ਉਹ ਚਾਬੀ ਜਦੋਂ ਗੁਰਬਾਣੀ ਨੂੰ ਪੁੱਛਦੇ ਆ ਕਿ ਕਿੱਥੋਂ ਮਿਲੇਗੀ, ਤਾਂ ਗੁਰੂ ਗੁਰਬਾਣੀ ਕਹਿੰਦੀ ਹੈ ਕਿ ਕੁੰਜੀ ਸੰਤਨ ਹੱਥ ਸੌਂਪਾਈ। ਉਹ ਕੁੰਜੀ ਸੰਤਾਂ ਦੇ ਹੱਥ ਹੈ, ਸਾਧੂਆਂ ਦੇ ਹੱਥ ਹੈ। ਸਤਿਗੁਰੂ ਉਸ ਗੱਲ ਦੇ ਨੇੜੇ ਲਿਜਾਣ ਲਈ ਕਿ ਉਹ ਹੈ ਕੀ, ਜਦੋਂ ਸਾਡੀ ਇੱਕਮਿਕਤਾ ਹੁੰਦੀ ਆ, ਉਹ ਸਿਸਟਮ ਕੀ ਹੈ, ਵੈਸੇ ਕਿਹਾ ਨਹੀਂ ਜਾ ਸਕਦਾ, ਅਕਥ ਕਥਾ ਹੈ, ਪਰ ਬਰਤਾਂਤ ਸਿਰਜੇ ਜਾ ਸਕਦੇ ਆ, ਸਾਨੂੰ ਸਮਝਾਇਆ ਜਾ ਸਕਦਾ। ਜਿਹਨੂੰ ਤੜਪ ਹੈ, ਜਿਹਨੂੰ ਖੋਹ ਪੈਂਦੀ ਹੈ, ਜਿਹਨੂੰ ਖਿੱਚ ਹੈ, ਉਹਨੂੰ ਇਸ਼ਾਰੇ ਕੀਤੇ ਜਾ ਸਕਦੇ ਆ ਕਿ ਇੱਧਰ ਚੱਲ। ਤੇ ਇਵੇਂ ਜਿਵੇਂ ਸਤਿਗੁਰੂ ਇਸ ਸ਼ਬਦ ਦੇ ਵਿੱਚ ਇੱਕ ਰਿਸ਼ਤਾ ਚੁਣਦੇ ਨੇ, ਜਿਹੜੇ ਰਿਸ਼ਤੇ ਦੇ ਤਹਿਤ ਸਾਨੂੰ
ਇਲਾਹੀ ਰਿਸ਼ਤੇ ਦੇ ਨਾਲ ਮਿਲਾਪ ਕਰਨ ਦੇ ਢੰਗ ਦੱਸਦੇ ਨੇ। ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਇੱਕ ਬੜਾ ਪਿਆਰਾ ਰਿਸ਼ਤਾ, ਉਹ ਰਿਸ਼ਤੇ ਨੂੰ ਆਧਾਰ ਬਣਾਉਂਦੇ ਨੇ ਸਤਿਗੁਰੂ। ਉਹ ਰਿਸ਼ਤਾ ਕਿਹੜਾ ਹੈ? ਉਹ ਰਿਸ਼ਤਾ ਆਪਣੇ ਮਹਿਬੂਬ ਦਾ, ਆਪਣੇ ਸੱਜਣ ਦਾ, ਆਪਣੇ ਕੰਤ ਨਾਲ, ਧਨ ਦਾ ਪਿਰ ਦੇ ਨਾਲ, ਇੱਕ ਔਰਤ ਦਾ ਬੰਦੇ ਨਾਲ। ਰਿਸ਼ਤੇ ਬਹੁਤ ਨੇ, ਮਾਤਾ ਪਿਤਾ ਦਾ ਵੀ ਰਿਸ਼ਤਾ, ਭੈਣ ਭਾਈਆਂ ਦੇ ਵੀ ਰਿਸ਼ਤੇ ਨੇ, ਦੋਸਤਾਂ ਦੇ ਵੀ ਰਿਸ਼ਤੇ ਨੇ, ਪਰ ਇਹਨਾਂ ਸਾਰੇ ਰਿਸ਼ਤਿਆਂ ਦੇ ਵਿੱਚੋਂ ਇੱਕ ਰਿਸ਼ਤਾ ਐਸਾ ਹੁੰਦਾ ਸਾਡੀ ਜ਼ਿੰਦਗੀ 'ਚ ਜਿਹ ਤੋਂ ਕੋਈ ਪਰਦਾ ਨਹੀਂ ਅਸੀਂ ਰੱਖ ਸਕਦੇ, ਰੱਖਦੇ ਹੀ ਨਹੀਂ ਹਾਂ। ਜਦੋਂ ਅਸੀਂ ਸਮਰਪਿਤ ਹੋਏ ਹੁੰਦੇ ਆ ਨਾ, ਅੱਜ ਕੱਲ੍ਹ ਦੇ ਰਿਸ਼ਤਿਆਂ ਜਾਂ ਵਿਆਹਾਂ ਵਾਂਗੂ ਨਹੀਂ ਕਿ ਤੋਲ ਮੋਲ ਕਰਕੇ, ਜਾਇਦਾਦਾਂ ਕਰਕੇ ਵਿਆਹੇ ਜਾਂਦੇ, ਲਿਖਤਾਂ ਪੜ੍ਹਤਾਂ ਕਰਕੇ ਵਿਆਹੇ ਜਾਂਦੇ ਕਿ ਐਸਾ ਇਸ ਕਾਰਨ ਕਰਕੇ ਅਸੀਂ ਕਰ ਰਹੇ ਹਾਂ। ਉਹ ਗੱਲ ਨਹੀਂ ਕਰ ਰਹੇ ਮਹਾਰਾਜ। ਜਿੱਥੇ ਸਮਰਪਣ ਭਾਵ ਉੱਠ ਖੜਦਾ, ਅਸੀਂ ਕਿਸੇ ਨੂੰ ਸਮਰਪਿਤ ਹੋ ਜਾਂਦੇ ਹਾਂ, ਉਹਦੇ ਹੋ ਜਾਂਦੇ ਆ, ਜਿਹਨੂੰ ਸੱਚੀ ਮੁੱਚੀ ਮਾਹੀ ਮੰਨ ਲੈਂਦੇ ਆ। ਉਹ ਤਾਂ ਸਤਿਗੁਰੂ ਕਹਿੰਦੇ ਉਹ ਇੱਕ ਰਿਸ਼ਤਾ ਜਿਹੜਾ ਬਹੁਤ ਇੱਕਮਿਕਤਾ ਦੇ ਨੇੜੇ ਹੁੰਦਾ, ਸਰੀਰਕ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ, ਤੇ ਆਤਮਿਕ ਉਚਾਈਆਂ ਨੂੰ ਵੀ ਉਹ ਸੂਹ ਲੈਂਦਾ। ਜੇ ਸਹੀ ਰਸਤੇ ਇਹੀ ਰਿਸ਼ਤਾ ਚਲਿਆ ਜਾਵੇ ਨਾ, ਇੱਕ ਦੂਜੇ ਦੇ ਵਿੱਚੋਂ ਹੀ ਭਗਵਾਨ ਪ੍ਰਗਟ ਹੋ ਜਾਂਦੇ ਆ। ਇਹੀ ਸਤਿਗੁਰੂ ਸਮਝਾ ਰਹੇ ਆ। ਸੁਣਿਓ ਕੰਤ ਮਹੇਲਿਓ, ਪਿਰ ਸੇਵਿਓ ਸ਼ਬਦ ਵਿਚਾਰ। ਸਾਨੂੰ ਸਾਰਿਆਂ ਨੂੰ ਸਤਿਗੁਰੂ ਕਿੱਥੇ ਰੱਖਦੇ ਆ ਕਿ ਆਪਾਂ ਵੀ ਜਿਵੇਂ ਸੰਸਾਰ ਦੀ ਇੱਕ ਔਰਤ ਆ, ਇੱਕ ਮਰਦ ਆ, ਤੇ ਉਹ ਔਰਤ ਉਹਨੂੰ ਸਮਰਪਿਤ ਹੋ ਜਾਂਦੀ ਆ ਆਪਣੇ ਕੰਤ ਨੂੰ, ਆਪਣੇ ਮਾਹੀ ਨੂੰ, ਉਹਦੇ ਲਈ ਸਭ ਕੁਝ ਕਰਦੀ ਆ, ਉਹਦੀ ਸੇਵਾ 'ਚ ਹਾਜ਼ਰ ਰਹਿੰਦੀ ਆ। ਆਪਾਂ ਜੀਵ ਇਸਤਰੀਆਂ ਉਹ ਕਰਤੇ ਪੁਰਖ ਮਾਹੀ ਦੀਆਂ ਸਹੇਲੀਆਂ। ਆਪਾਂ ਸਾਰੀਆਂ ਦਾ ਖਸਮ ਉਹ ਇੱਕ ਆ, ਤੇ ਉਹਦੀ ਨੇੜਤਾ ਕਿਵੇਂ ਮੰਨਣੀ ਆ, ਉਹਦੇ ਫਿਰ ਰਾਜ ਦੱਸਦੇ ਆ। ਸੁਣਿਓ ਕੰਤ ਮਹੇਲਿਓ, ਪਿਰ ਸੇਵਿਓ ਸ਼ਬਦ ਵਿਚਾਰ। ਮਹਾਰਾਜ ਜੀ ਕਹਿੰਦੇ ਆਜੋ ਕੰਤ ਦੀ ਗੱਲ ਕਰਗੇ। ਹੇ ਪ੍ਰਭੂ ਪਤੀ ਦੀ ਜੀਵ ਇਸਤਰੀਓ, ਸੁਣੋ ਗੱਲ, ਮੇਰੀ ਗੱਲ ਤੇ ਧਿਆਨ ਦਿਓ ਕਿ ਜਿਹਨੂੰ ਪਾਉਣਾ ਹੋਵੇ ਉਹਦੇ ਗੁਣਾਂ ਦਾ ਵਿਚਾਰ ਕਰੀਦਾ ਤੇ ਉਹਦੇ ਸ਼ਬਦ ਦਾ ਵਿਚਾਰ ਕਰੀਦਾ। ਤੇ ਸਤਿਗੁਰੂ ਇੱਥੇ ਇਸ਼ਾਰਾ ਕਰਦੇ ਆ ਕਿ ਸੇਵਨਾ ਕਿਹਨੂੰ ਆ? ਸੇਵਨਾ ਕਹਿੰਦੇ ਉਹਨੂੰ ਸ਼ਬਦ ਨੂੰ ਆ, ਜਿਹੜਾ ਸ਼ਬਦ ਸਰਬ ਵਿਆਪਕ ਆ ਤੇ ਸਾਡੀ ਰੂਹ ਉਹਨੂੰ ਆਪਣਾ ਪਤੀ ਮੰਨਦੀ ਆ, ਪਰਮੇਸ਼ਰ ਮੰਨਦੀ ਆ। ਤੇ ਉਹ ਸ਼ਬਦ ਤੱਕ ਪਹੁੰਚਾਂਗੇ ਕਿਵੇਂ? ਉਸੇ ਸ਼ਬਦ ਦੀ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਕਿ ਇੱਕ ਓੰਕਾਰ ਸਤਨਾਮ। ਉਹ ਸੱਚਾ ਨਾਮ ਹੀ ਸਰਬ ਵਿਆਪਕ ਆ, ਕਣ ਕਣ ਦੇ ਵਿੱਚ ਸੁਭਾਏਮਾਨ ਹੈ। ਸਾਨੂੰ ਜਦੋਂ ਗੁਰਬਾਣੀ ਜਾਂ ਸਾਧੂ ਜਾਂ ਸੰਤ ਬ੍ਰਹਮ ਦ੍ਰਿਸ਼ਟੀ ਬਖਸ਼ਿਸ਼ ਕਰਦੇ ਆ, ਦਿਵ ਦ੍ਰਿਸ਼ਟੀ ਬਖਸ਼ਿਸ਼ ਕਰਦੇ ਆ, ਸਾਨੂੰ ਕਣ ਕਣ ਦੇ ਵਿੱਚੋਂ ਦਿਸਣਾ ਸ਼ੁਰੂ ਹੋ ਜਾਂਦਾ। ਜਿਵੇਂ ਦੂਰ ਬੈਠੇ ਸੱਜਣ ਨਾਲ ਗੱਲ ਕਰਨ ਲਈ ਸਾਡੇ ਘਰੇ ਇੱਕ ਛੋਟਾ ਜਿਹਾ ਜੰਤਰ ਹੁੰਦਾ, ਮੰਨ ਲਓ ਕਿ ਅਸੀਂ ਉਹਨੂੰ ਪਰਦੇ 'ਚ ਰੱਖਣਾ ਹੋਵੇ, ਜਾਂ ਅੱਗੇ ਰੱਖਦੇ ਵੀ ਸੀ ਲੋਕ, ਜਾਂ ਹੁਣ ਵੀ ਰੱਖ ਸਕਦੇ ਆ, ਕਿ ਉਹ ਇੱਕ ਕੋਣ 'ਚ ਹੀ ਰੱਖਿਆ ਵਾ ਹੋਵੇ ਇੱਕ ਜਗ੍ਹਾ ਤੇ ਉਦੋਂ ਉੱਥੇ ਜਾ ਕੇ ਹੀ ਬਹਿ ਕੇ ਗੱਲ ਹੋ ਸਕਦੀ ਹੋਵੇ। ਉਹ ਜਿਵੇਂ ਫੋਨ ਅੱਜ ਅਸੀਂ ਬਾਹਰੀ ਤੌਰ ਤੇ ਸੱਜਣ ਨੂੰ ਕਰਦੇ ਆ, ਇਸੇ ਤਰ੍ਹਾਂ ਗੁਰੂ ਨਾਨਕ ਕਹਿੰਦੇ ਕਿ ਤੇਰੇ ਕੋਲ ਸੁਨੇਹਾ ਆਉਂਦਾ, ਉਹ ਮਾਲਕ ਦਾ, ਮਾਹੀ ਦਾ, ਕਰਤੇ ਪੁਰਖ ਦਾ, ਉਹ ਸੁਨੇਹਾ ਲਿਆਉਣ ਵਾਲਾ ਜਿਹੜਾ ਤੈਨੂੰ ਗੁਰੂ ਬਣ ਕੇ ਟੱਕਰਦਾ ਸਭ ਤੋਂ ਪਹਿਲਾਂ, ਜਿੱਦੇ ਮਾਥ ਦੇ ਮਾਸ ਦੇ ਲੋਥੜੇ ਤੋਂ ਤੂੰ ਜੀਵ ਬਣਦਾ, ਜਿੱਦੇ ਤੇਰੀ ਜੀਵਨ ਨਾਲ ਸਾਂਝ ਪੈਂਦੀ ਆ, ਸਭ ਤੋਂ ਪਹਿਲੀ ਠੋਕਰ ਉਹ ਮਾਰਦਾ ਕਿ ਗੁਰੂ, ਪਵਨ ਗੁਰੂ, ਜਿਹਨੂੰ ਗੁਰੂ ਨਾਨਕ ਦੇਵ ਨੇ ਪਵਨ ਗੁਰੂ ਕਿਹਾ। ਉਹ ਆ ਕੇ ਤੇਰਾ ਇੰਜਨ ਚਾਲੂ ਕਰਦਾ, ਤੇਰੇ 'ਚ ਜਾਨ ਪੈਂਦੀ ਆ, ਚਾਰ ਸਪਰੇ ਵਧਾਈਆਂ ਮਿਲਦੀਆਂ, ਪਤਾ ਲੱਗਦਾ ਕਿ ਜੀਵ ਜਾਗ ਪਿਆ। ਉਹ ਜਿਹੜਾ ਗੁਰੂ ਆ ਉਹ ਸ਼ਬਦ ਕੋਲੋਂ ਆਉਂਦਾ ਤੇ ਉਹ ਸ਼ਬਦ ਕੋਲੇ ਸਾਨੂੰ ਲੈ ਜਾਂਦਾ। ਤੇ ਸਤਿਗੁਰੂ ਕਹਿੰਦੇ ਉਹ ਸ਼ਬਦ ਕੋਲੇ ਜਾਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਆ ਹਰਮੰਦਰ ਸਰੀਰ ਨੂੰ ਸਾਂਭਣਾ ਪੈਣਾ, ਸਵਾਰਨਾ ਪੈਣਾ, ਇਹਦੀ ਸੇਵਾ ਕਰਨੀ ਪੈਣੀ ਆ,
ਇਹਨੂੰ ਪਿਆਰਾ ਰੱਖਣਾ ਪੈਣਾ ਤੇ ਇਹਦੇ ਅੰਦਰ ਵਹਿ ਰਹੇ ਇਹ ਪਵਨ ਗੁਰੂ ਦੇ ਜਿਹੜੇ ਚਾਲ ਹੈ ਇਹਦੇ ਨਾਲ ਆਪਦੀ ਸੁਰਤ ਲਾਉਣੀ ਪੈਣੀ ਆ, ਲਿਵ ਲਾਉਣੀ ਪੈਣੀ ਆ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ ਪੈਣਾ, ਤਾਂ ਸ਼ਬਦ ਤੱਕ ਪਹੁੰਚ ਹੋਊਗੀ। ਤੇ ਜਿਹੜੀ ਬਾਹਰੀ ਤੌਰ ਤੇ ਅਸੀਂ ਸੇਵਾ ਕਰਦੇ ਹਾਂ, ਉਹ ਸੇਵਾ ਕਰ ਲਈ, ਉਹ ਕਰ ਲਈ, ਇਹਨਾਂ ਸੇਵਾਵਾਂ ਦਾ ਫਲ ਜ਼ਰੂਰ ਹੈਗਾ। ਜ਼ਿੰਦਗੀ 'ਚ ਵਾਧੇ ਹੁੰਦੇ ਆ, ਤਰੱਕੀਆਂ ਮਿਲਦੀਆਂ, ਖੁਸ਼ੀਆਂ ਮਿਲਦੀਆਂ, ਲੋਕਾਂ ਦੀਆਂ ਅਸੀਸਾਂ ਮਿਲਦੀਆਂ, ਬੜਾ ਹੀ ਕੁਛ ਹੈ। ਜਿੰਨੇ ਮਰਜ਼ੀ ਦਾਨ ਕਰ ਲਓ, ਜਿੰਨੇ ਮਰਜ਼ੀ ਪੁੰਨ ਕਰ ਲਓ, ਕੁਛ ਹੀ ਕਰੀ ਜਾਓ। ਤਾਂ ਹੀ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਨਾਮ ਹੈ ਤੁਲ ਕਛ ਨਾਹੀਂ, ਨਾਮ ਦੇ ਤੁਲ ਨਹੀਂ ਹੈ। ਉਹ ਨਾਮ ਜਿਹੜਾ ਵਸਿਆ ਹੋਇਆ ਨਾ, ਇਹ ਇੱਕ ਅਲੱਗ ਹੀ ਗੱਲ ਹੈ। ਇਹਦੇ ਸੰਗਤ ਕਰਨੀ ਪੈਣੀ ਹੈ, ਇਹਦੀ ਸੰਗਤ ਚੋਂ ਹੀ ਉਹ ਪਿਆਰ ਨਿਕਲਣਾ। ਅਵਗਣ ਬੰਤੀ ਪਿਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਜਿਹੜੀ ਔਗਣਾ ਚੁਲਝੀ ਫਿਰਦੀ ਹੈ, ਅਵਗਣ ਬੰਤੀ ਪਿਰ ਨੂੰ ਜਾਣਦੀ ਨਹੀਂ ਹੈ, ਕਿੰਨਾ ਨੇੜੇ ਆ। ਰਵਿਦਾਸ ਸਾਹਿਬ ਕਹਿੰਦੇ ਹੱਥ ਪੈ ਨੇੜੇ, ਹੱਥਾਂ ਤੋਂ ਵੀ ਨੇੜੇ ਆ, ਸੱਚ ਆ। ਆ ਜਿਹੜਾ ਜਿੱਥੇ ਬੋਲਦੀ ਜਾਂਦਾ ਤੇ ਕੋਲ ਦੀ ਲੰਘਦਾ ਉਹ ਵਾਰੀ ਜਿੱਥੋਂ ਦੀ ਇਹ ਬੋਲ ਰਿਹਾ ਉੱਥੋਂ ਦੀ ਨਾਲ ਹੀ ਆ ਰਿਹਾ, ਕੋਲ ਦੀ ਕੀ ਆਪ ਹੀ ਆ ਉਹ। ਤੇ ਐਸਾ ਚੱਕਰ ਪੈਂਦਾ ਜ਼ਿੰਦਗੀ 'ਚ, ਆਪਣੇ ਆਪ ਤੇ ਨਿਗਾਹ ਨਹੀਂ ਜਾਂਦੀ, ਆਪਣੇ ਆਪੇ ਤੇ ਨਿਗਾਹ ਨਹੀਂ ਜਾਂਦੀ ਹੈ, ਹੋਰ ਸਾਰੀ ਦੁਨੀਆ ਤੇ ਪੈਂਦੀ ਹੈ ਨਿਗਾਹ। ਇੱਕ ਇਹ ਥਾਂ ਪਾਸੇ ਰਹਿ ਜਾਂਦਾ। ਮਹਾਰਾਜ ਕਹਿੰਦੇ ਐਸਾ ਉਗਣਾ ਚੁਲਝਦੀ ਹੈ ਜੀਵਾਤਮਾ, ਅਵਗਣ ਬੰਤੀ ਪਿਰ ਨਾ ਜਾਣੀ। ਉਹ ਪਿਰ ਨੂੰ ਨਹੀਂ ਜਾਣਦੀ ਜਿਹੜਾ 24 ਘੰਟੇ ਨਾਲ ਆ। ਤੂੰ ਸੁੱਤੀ ਪਈ ਹੁੰਨੀ ਆ ਤਾਂ ਵੀ ਨਾਲ ਆ, ਜਾਗਦੀ ਆ ਤਾਂ ਵੀ ਨਾਲ ਹੈ, ਦੁੱਖ ਚੈਂ ਸੁੱਖ ਚੈਂ ਜਿਵੇਂ ਮਰਜ਼ੀਆਂ ਨਾਲ ਹੈ। ਅਵਗਣ ਬੰਤੀ ਪਿਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਕਹਿੰਦੀ ਹੈ ਨਹੀਂ, ਮੈਂ ਕਿੱਧਰ ਦੇਖਾਂ, ਮੈਨੂੰ ਦੀਂਦਾ ਨਹੀਂ, ਕੋਈ ਰੱਬ ਦਿਖਾ ਦਿਓ। ਰੱਬ ਵਾਲੀ ਗੱਲ ਤਾਂ ਬਾਹਲੀ ਦੂਰ ਆ, ਪਹਿਲਾਂ ਸਾਹ ਦੇਖ। ਜਿਹੜੀ ਚੀਜ਼ ਕੋਲੇ ਹੁੰਦੀ ਆ ਨਾ, ਉਹਨੂੰ ਦੇਖਣਾ ਚਾਹੀਦਾ। ਇਹਨੂੰ ਵੇਖ, ਇਹ ਆਪੇ ਸ਼ਬਦ ਦਾ ਮਿਲਾਪ ਕਰਾਊਗਾ ਪਵਨ ਗੁਰੂ। ਜਦੋਂ ਸ਼ਬਦ ਗੁਰੂ ਨਾਲ ਮਿਲਾਪ ਹੋਊਗਾ ਨਾ, ਫੇਰ ਝਲਕਾਰੇ ਪੈਣੇ ਆ ਉਹਦੇ, ਪ੍ਰਕਾਸ਼ ਰੂਪ 'ਚ, ਨਾਦ ਰੂਪ 'ਚ, ਪੰਜ ਸ਼ਬਦ ਦੇ ਰੂਪ 'ਚ। ਇੰਨੀਆਂ ਹਵਾਵਾਂ ਵਗਦੀਆਂ ਠੰਡੀਆਂ, ਆਨੰਦ ਨਾਲ ਭਰੀਆਂ, ਰੁਮਕਦੀਆਂ। ਫਿਰ ਬਾਹਰ ਦੀਆਂ ਤਾਂ ਨਕਲੀ ਆ ਉਹਦੀ, ਉਹ ਅਲੱਗ ਆ। ਤਾਂ ਮਹਾਰਾਜ ਕਹਿੰਦੇ ਰੋਵੈ ਕੰਤ ਸੰਭਾਲ, ਸਦਾ ਗੁਣ ਸਾਰ ਨਾ ਪਿਰ ਮਰੈ ਨਾ ਜਾਏ। ਕਹਿੰਦੇ ਉਹ ਕੰਤ ਨੂੰ ਸੰਭਾਲ, ਉਹਦੇ ਲਈ ਰੋ, ਜਿਹੜਾ ਵਸਦਾ ਅੰਦਰ, ਉਹਦੇ ਗੁਣਾਂ ਦੇ ਵਿੱਚ ਆ ਜਾ, ਉਹਦੀ ਨੇੜਤਾ ਮਾਣ। ਉਹਨੇ ਕਦੇ ਵੀ ਕਿਤੇ ਨਹੀਂ ਜਾਣਾ। ਅੱਜ ਤੇਰੇ ਕੋਲੇ ਸਰੀਰ ਹੈਗਾ ਤਾਂ ਉਹ ਮੌਕਾ ਤੇਰੇ ਕੋਲੇ ਕਿ ਤੈਨੂੰ ਉਹ ਦਿਸਦਾ, ਤੂੰ ਮਹਿਸੂਸ ਕਰ ਸਕਦਾ। ਅੱਜ ਮੌਕਾ, ਜਦੋਂ ਸਰੀਰ ਨਾ ਰਿਹਾ ਉਹਨੇ ਤੈਨੂੰ ਸਾਰੇ ਨੂੰ ਘੇਰਾ ਪਾ ਲੈਣਾ, ਇੱਕ ਮਿਕਤਾ ਜੀ ਹੋ ਜਾਣੀ ਹੈ, ਮੁੜ ਕੇ ਸਮਝ ਨਹੀਂ ਪੈਣੀ। ਜਿਹੇ ਜੀ ਸਟੇਜ ਆ ਉਹੋ ਜਿਹੀ ਬਣੀ ਰਹਿਣੀ ਹੈ। ਫਿਰ ਉਹ ਤਾਂ ਹੀ ਦੇਵਤੇ ਤਰਸਦੇ ਆ ਮਨੁੱਖਾ ਦੇਹੀ ਨੂੰ, ਕਿ ਉਹ ਜਿੰਨਾ ਕੁ ਕਮਾਈ ਕਰੀ ਬੈਠਿਆ, ਜਿੱਥੇ ਜਿਹੜੇ ਅਹੁਦੇ ਤੇ ਬੈਠਿਆ ਉੱਥੇ ਵਿਰਾਜਮਾਨ ਰਹਿਣਾ ਪੈਂਦਾ। ਜੇ ਉਦੋਂ ਬਾਅਦ ਘਾਟ ਕਰਨੀ ਆ ਤਾਂ ਇਸੇ ਮਾਤ ਲੋਕ 'ਚ ਆ ਕੇ, ਇਹਦੇ ਹੁੰਦਿਆਂ ਪਵਨ ਗੁਰੂ ਦੀ ਹਜ਼ੂਰੀ 'ਚ ਰਹਿ ਕੇ, ਰਹਿਣਾ ਤਾਂ ਹਜ਼ੂਰੀ 'ਚ ਹੀ ਆ, ਕਿਤੇ ਭੱਜ ਤਾਂ ਆਪਾਂ ਸਕਦੇ ਹੀ ਨਹੀਂ। ਉਹ ਕਾਰਜ ਕਰਨੇ ਪੈਂਦੇ ਜਿਨ੍ਹਾਂ ਨਾਲ ਅੱਗੇ ਤਰੱਕੀ ਹੁੰਦੀ ਹੈ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਹੈ ਪ੍ਰੇਮ ਸਮਾਏ। ਮਹਾਰਾਜ ਕਹਿੰਦੇ ਗੁਰਸਿੱਖ ਤਾਂ ਤੂੰ ਬਣ ਗਿਆ, ਸਿੱਖੀ ਧਾਰਨ ਕਰ ਲਈ ਹੈ, ਗੁਰੂ ਨੂੰ ਮਿਲਦਾ ਜਾ ਕੇ, ਗੁਰੂ ਦੀ ਗੱਲ ਸੁਣਦਾ ਹੈ। ਪਰ ਜਿੰਨਾ ਚਿਰ ਗੁਰਮੁਖ ਨਹੀਂ ਨਾ ਬਣਦਾ, ਬਾਹਰੀ ਗੁਰੂ ਤੋਂ ਮੱਤ ਲੈ ਕੇ ਅੰਤਰੀਵ ਗੁਰੂ ਕੰਨੀ ਮੁੱਖ ਨਹੀਂ ਕਰਦਾ, ਉਹਨਾਂ ਚਿਰ ਸ਼ਬਦ ਦੀ ਪਹਿਚਾਣ ਨਹੀਂ ਆਉਣੀ। ਗਿਆਨ ਬਥੇਰਾ ਆਜੂ ਬਾਹਰੋਂ, ਕੰਨ ਕੁਤਰਨ ਲੱਗ ਜਾਏਗਾ, ਦੁਨੀਆ ਦੇ 10-20 ਕਿਤਾਬਾਂ ਪੜ੍ਹ ਲਾ, ਮਿਲਣਾ ਕੱਖ ਨਹੀਂ, ਭਟਕਣਾ ਵੱਧਦੀ ਜਾਣੀ ਆ। ਤੇ ਬਾਹਰੀ ਟੇਪਾਂ ਸੁਣ ਬਾਹਰੀ ਸੰਗਤਾਂ ਕਰ ਕਰਕੇ ਗਿਆਨ ਵਧੀ ਜਾਣਾ, ਜਿੱਦ ਜਦਾਈ 'ਚ ਪਈ ਜਾਏਗਾ, ਉਹ ਗੱਲ ਨਹੀਂ ਬਣਨੀ। ਗੁਰਮੁਖ ਜਾਤਾ ਮੁੱਖ ਗੁਰੂ ਵੱਲ ਕਰਨਾ ਪੈਣਾ, ਜਿਹੜਾ ਅੰਤਰੀਵ ਗੁਰੂ ਬੈਠਾ, ਜਿਹੜਾ ਕਰਤਾ ਪੁਰਖ ਗੁਰੂ ਆ, ਜਿਹਦਾ ਦੂਤ ਤੇਰੇ 24 ਘੰਟੇ ਨਾਲ ਆ, ਧਰਮ ਦੂਤ, ਧਰਮ ਪੁੱਤਰ, ਪਵਨ ਪੁੱਤਰ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਵਨ ਗੁਰੂ, ਇਹ ਤੇਰੇ ਨਾਲ ਆ। ਇਹਦਾ ਸੰਗ ਕਰ, ਇਹਦਾ ਸੰਗ ਕਰੇਗਾ ਗੁਰਮੁਖ ਬਣ ਜਾਏਗਾ। ਗੁਰਮੁਖ ਜਾਤਾ ਸ਼ਬਦ ਪਛਾਤਾ, ਫਿਰ ਤੈਨੂੰ ਸ਼ਬਦ ਦੀ ਪਹਿਚਾਣ ਆਉਣੀ ਹੈ।
ਜਿਹੜਾ ਕਣ ਕਣ ਦੇ ਵਿੱਚ ਝਣਕਾਰਾ ਮਾਰਦਾ, ਜਿਹੜੀਆਂ ਲਿਸ਼ਕਾਰਾਂ ਪੈਂਦੀਆਂ, ਜਿਵੇਂ ਬਿਜਲੀ ਗੱਜਦੀ ਹੈ, ਇਸ ਤਰ੍ਹਾਂ ਦੇ ਗੜਗੱਜ ਪੈਂਦੇ ਆ ਜਦੋਂ ਬਹਿੰਦੇ ਹੋ। ਸੁਣ ਕੇ ਦੇਖਿਓ, ਸੱਚ ਹੈ ਪ੍ਰੇਮ ਸਮਾਏ। ਤੇ ਉਹਦੀ ਆਵਾਜ਼ ਬੇਸ਼ੱਕ ਬੱਦਲਾਂ ਗੱਜਦਿਆਂ ਵਾਂਗੂ ਹੋਵੇ, ਪਰ ਪਿਆਰੀ ਬਹੁਤ ਲੱਗਦੀ ਆ, ਰੂਹ ਨੂੰ ਖਿੱਚ ਪੈਂਦੀ ਹੈ। ਇਹਨੂੰ ਪਹਿਚਾਣ ਆਉਂਦੀ ਹੈ ਕਿ ਕੋਈ ਕਿਤੋਂ ਤਾਂ ਆਵਾਜ਼ ਆ ਰਹੀ ਹੈ ਜਿੱਥੇ ਮੈਂ ਪਹਿਲਾਂ ਰਹਿ ਚੁੱਕਿਆ। ਜਿਵੇਂ ਜਿਵੇਂ ਉਹ ਆਨੰਦ ਵੱਧਦਾ, ਇਹਨੂੰ ਪਤਾ ਲੱਗਦਾ, ਕਿਸੇ ਕੋਣ 'ਚ ਤਾਂ ਪਤਾ ਲੱਗਦਾ ਕਿ ਗੱਲ ਜਾਣੀ ਪਛਾਣੀ ਲੱਗਦੀ ਆ, ਕਿਉਂਕਿ ਸਾਡਾ ਮੂਲ ਪਿਛੋਕੜ ਉਹੀ, ਅਸੀਂ ਆਏ ਕਰਤੇ ਦੇ ਦਰ ਤੋਂ ਹੀ ਆ, ਹੋਰ ਕਿਤੋਂ ਆ ਹੀ ਨਹੀਂ ਸਕਦੇ। ਅਸੀਂ ਉਹਦੇ ਪੁੱਤਰ ਆ ਸਾਰੇ, ਪੂਰਾ ਸੰਸਾਰ ਉਹਦਾ, ਕਣ ਕਣ ਉਹਦਾ ਹੈ। ਅਸੀਂ ਪਤਾ ਨਹੀਂ ਕਿਉਂ ਆਪਦੇ ਆਪ ਨੂੰ ਬੜਾ ਘੱਟ ਆਂਕ ਲੈਂਦੇ ਆ, ਬੜਾ ਥੱਲੇ ਲਿਆਉਣੇ ਆ, ਫਿਰ ਹੋਰਾਂ ਨੂੰ ਉਦੋਂ ਥੱਲੇ ਸਮਝ ਕੇ ਫਿਰ ਲੜਦੇ ਆ। ਤੇ ਜੇ ਸਾਰਿਆਂ ਨੂੰ ਉਹਦੇ ਪੁੱਤਰ ਮੰਨ ਲਈਏ ਤਾਂ ਚੱਕਰ ਹੀ ਕੋਈ ਨਹੀਂ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਹੈ ਪ੍ਰੇਮ ਸਮਾਏ। ਤੇ ਜਦੋਂ ਸ਼ਬਦ ਦੀ ਜਿਵੇਂ ਜਿਵੇਂ ਪਹਿਚਾਣ ਵੱਧਦੀ ਆ, ਨੇੜਤਾ ਵੱਧਦੀ ਆ, ਸਮਝ ਵੱਧਦੀ ਆ, ਗਿਆਨ ਅੰਜਨ ਗੁਰੂ ਪਾਈ ਜਾਂਦਾ, ਰੋਜ਼ ਇੱਕ ਸੂਤਰ ਦੇਈ ਜਾਂਦਾ, ਰੋਜ਼ ਇੱਕ ਪੌੜੀ ਅੱਗੇ ਚੜਾਈ ਜਾਂਦਾ, ਉਹ ਸੱਚੇ ਦੇ ਪ੍ਰੇਮ ਦੇ ਵਿੱਚ ਅਸੀਂ ਸਮਾ ਜਾਂਦੇ ਆ। ਸੱਚ ਹੈ ਪ੍ਰੇਮ ਸਮਾਏ। ਉਹ ਸੱਚਾ ਕਿਹੜਾ? ਜਿਹੜਾ ਸਤਨਾਮ ਹੈ, ਜਿਹੜਾ ਇੱਕ ਓੰਕਾਰ ਸਤਨਾਮ ਹੈ, ਉਹ ਸੱਚਾ। ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ, ਉਹ ਸੱਚਾ। ਜਿਹੜਾ ਸਰਬ ਵਿਆਪਕ ਹੈ, ਜਿਹੜਾ ਕਣ ਕਣ ਦੇ ਵਿੱਚ ਹੈ, ਜਿਹੜਾ ਸਿਰਜਣਹਾਰ ਆ, ਜਿਹਨੇ ਬ੍ਰਹਮਾ ਵਿਸ਼ਨ ਮਹੇਸ਼ ਪੈਦਾ ਕੀਤੇ ਆ, ਜਿਹੜਾ ਸ਼ਿਵ ਸ਼ਕਤੀ ਦੇ ਖੇਲ ਦਾ ਪਿਤਾਮਾ, ਪਿਤਾ ਸਭ ਦਾ, ਜਿਹਦੇ ਚੋਂ ਸ਼ਕਤੀ ਵੀ ਪੈਦਾ ਹੁੰਦੀ ਆ, ਮਾਂ ਪ੍ਰਕਿਰਤੀ, ਤੇ ਜਿਹਦੇ ਚੋਂ ਆ ਪਿਤਾ ਵੀ ਪੈਦਾ ਹੁੰਦਾ, ਸ਼ਿਵ, ਜਿਹੜਾ ਦਿਸਦਾ ਨਹੀਂ ਹੈ। ਉਹ ਸਾਰਿਆਂ ਦਾ ਮੂਲ ਆ, ਜਿਹੜਾ ਸਿਰਜਣਹਾਰ, ਜਿੱਥੋਂ ਸ਼ਬਦ ਪੈਦਾ ਹੋਏ, ਉਹਦੇ ਨਾਲ ਪ੍ਰੇਮ ਪੈ ਜਾਂਦਾ। ਪ੍ਰੇਮ ਆਪਣਾ ਹੈਗਾ ਹੀ ਆ, ਭੁੱਲੇ ਹੋਏ ਆ, ਭਟਕੇ ਹੋਏ ਆ। ਇਸੇ ਕਰਕੇ ਬਾਣੀ ਕਹਿੰਦੀ ਆ, ਤੂੰ ਭੁੱਲਿਆ ਫਿਰਦਾ, ਭਟਕਿਆ ਫਿਰਦਾ। ਕੋਈ ਨਾ, ਕਦੇ ਨਾ ਕਦੇ ਤਾਂ ਟਾਈਮ ਆਊਗਾ ਹੀ। ਪਿਆਸ ਜਗਾਓ, ਖੋਜ ਕਰੋ ਖੁਦ। ਇਦੋਂ ਵਧੀਆ ਮੌਕਾ ਜ਼ਿੰਦਗੀ 'ਚ ਨਹੀਂ ਆਉਣਾ। ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਭੱਜਣ ਦੀ ਲੋੜ ਨਹੀਂ। ਜੇ ਤੁਹਾਡੇ ਕੋਲੇ ਫੋਨ ਹੈਗਾ, ਇਹਦੇ ਫੋਨ 'ਚ ਹੀ ਬੱਚਿਆਂ ਨੂੰ ਪੁੱਛ ਕੇ ਐਪਾਂ ਡਾਊਨਲੋਡ ਕਰ ਲਓ। 24 ਘੰਟੇ ਕੀਰਤਨ, 24 ਘੰਟੇ ਕੀਰਤਨ, ਬਾਣੀ ਦਾ ਪਾਠ ਖੁਦ ਸੁਣੋ, ਜਾਣੋ ਇਹਨਾਂ ਰਾਜਾਂ ਨੂੰ। ਜੇ ਸ਼ੁਰੂ 'ਚ ਨਾ ਵੀ ਜਾਣੋਗੇ ਨਾ, ਬਾਣੀ ਦੇ ਪ੍ਰਤਾਪ ਨਾਲ ਦੁੱਖ ਕੱਟੇ ਜਾਣਗੇ ਨਹੀਂ ਕਈ। ਬਾਣੀ ਪੜ੍ਹੋ ਜ਼ਰੂਰ। ਪਹਿਲਾਂ ਤਾਂ ਬਾਣੀ ਪੜ੍ਹ ਕੇ ਦੁੱਖਾਂ ਨੂੰ ਦੂਰ ਦਵੱਲੋ, ਸੌਖੇ ਹੋਈਏ। ਤੇ ਜੇ ਬਾਣੀ ਪੜ੍ਹ ਕੇ ਵੀ ਦੁੱਖ ਆ ਰਹੇ ਆ, ਇਹਦਾ ਮਤਲਬ ਹੈ ਕਿ ਅਸੀਂ ਬੀ ਪਾਉਣੋਂ ਹਟ ਨਹੀਂ ਰਹੇ। ਸਾਡੇ ਮਨ 'ਚੋਂ ਈਰਖਾ ਗਈ ਨਹੀਂ, ਸਾਡੇ ਮਨ 'ਚੋਂ ਦਵੈਸ ਗਈ ਨਹੀਂ, ਸਾਡੇ ਮਨ 'ਚੋਂ ਦੂਸਰਿਆਂ ਦਾ ਵਿਰੋਧ ਗਿਆ ਨਹੀਂ। ਬਾਣੀ 'ਚ ਲਿਖਿਆ ਹੋਵੇ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਲਿਖ ਕੇ ਦਿੱਤਾ ਹੋਵੇ ਤੇ ਦੁੱਖ ਸਾਨੂੰ ਆਈ ਜਾਣ, ਫਿਰ ਬਾਣੀ ਤਾਂ ਝੂਠੀ ਹੋ ਨਹੀਂ ਸਕਦੀ, ਤੇ ਪਰ ਕਾ ਬੁਰਾ ਸਾਡੇ ਅੰਦਰ ਚੱਲਦਾ ਹੋ ਸਕਦਾ। ਇਹਨੂੰ ਅੰਦਰ ਨੂੰ ਪਹਿਚਾਣੀਏ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਹੈ ਪ੍ਰੇਮ ਸਮਾਏ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ ਕੂੜ ਮੁੱਠੀ ਕੁੜਿਆਰੇ। ਜਿਨ ਆਪਣਾ ਪਿਰ ਨਹੀਂ ਜਾਤਾ, ਆਪਣਾ ਪਿਰ ਕਿਵੇਂ ਬਈ? ਕਈ ਵਾਰੀ ਬੰਦਾ ਵਧੀਆ ਸੰਗਤ 'ਚ ਆ ਜਾਂਦਾ, ਵਧੀਆ ਲੋਕਾਂ ਨਾਲ ਮਿਲਾਪ ਹੋ ਜਾਂਦਾ ਉਹਦਾ, ਉਹਨਾਂ ਨਾਲ ਜਾਂਦਾ ਹੋਇਆ ਗੁਰੂਆਂ, ਪੀਰਾਂ, ਸਾਧੂ ਸੰਤਾਂ ਕੋਲ ਵੀ ਜਾਣ ਲੱਗ ਜਾਂਦਾ, ਪਰ ਉੱਥੇ ਜਾ ਕੇ ਵੀ ਉਹ ਬਾਹਰੀ ਕੰਮਾਂ ਨੂੰ, ਸੇਵਾ ਨੂੰ ਹੀ ਸਭ ਕੁਝ ਮੰਨ ਲੈਂਦਾ। ਕੰਮ ਧੰਦੇ ਕਰਨੇ, ਗੁਰੂ ਘਰ ਬਣਾਉਣੇ, ਇੱਧਰੋਂ ਇਕੱਠਾ ਕਰਕੇ ਇੱਧਰ ਲਾਤਾ, ਇੱਧਰੋਂ ਚੱਕ ਕੇ ਆਹ ਕਰਤਾ, ਲੰਗਰ ਲਾਤੇ, ਉਹ ਕਰਤੇ, ਉਹ ਕਰਦਾ। ਉਹਨਾਂ ਚੀਜ਼ਾਂ ਦੇ ਉਹਨੂੰ ਫਲ ਮਿਲਦੇ ਆ, ਸੋਭਾ ਮਿਲਦੀ ਆ, ਸੰਸਾਰ ਸਲਾਮਾ ਕਰਦਾ, ਤੇ ਉਹ ਗੱਲ ਪੂਰੀ ਹੋ ਜਾਂਦੀ ਹੈ ਬਸ। ਪਰ ਜਿੰਨਾ ਚਿਰ ਆਪਣਾ ਜਿਹੜਾ ਅੰਦਰ ਵਸਦਾ ਨਾ, ਆਉਂਦੇ ਜਾਂਦੇ ਸਾਹ, ਇਹਦੇ ਨਾਲ ਲਿਹਾਜ਼ ਨਾ ਪਾਈ। ਜਿਨ ਆਪਣਾ ਪਿਰ ਨਹੀਂ ਜਾਤਾ, ਇਹ ਨਹੀਂ ਜਾਣਿਆ, ਇਹਨੂੰ ਪਿਆਰ ਨਹੀਂ ਕੀਤਾ, ਇਹਦੇ 'ਚ ਵਸਦੇ ਜਿਹੜੇ ਕਣ ਹੈ, ਪ੍ਰਾਣ ਰੂਪੀ ਤਾਕਤ ਹੈ, ਜਿਹਦੇ 'ਚੋਂ ਖੁਦ ਛੁਪਿਆ ਹੋਇਆ, ਉਹਦੇ ਨਾਲ ਲਿਹਾਜ਼ ਨਹੀਂ ਪਾਈ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ, ਕਰਮਾਂ ਦੇ ਵਿਧਾਨ ਨੂੰ ਲਿਖਣ ਵਾਲਾ,
कूड़ मुट्ठी कुड़ियारे, झूठे चक्रां दे विच ही जिंदगी कढ़ती, झूठे चक्रां च ही कूड़ च ही जिउंदी रही, ठगी च फस गई जिंद। ये चेता रखना, पहचानना गुरु की बाणी तो आग्या लैके, गुरु की बाणी पढ़ के सुन के अपने आपे नूं जानण की कोशिश करनी आ। सुने हो कंत महेलियो, फिर सेवे हो शब्द विचारे। फिर सारा कुछ दस के महाराज कहते कई बारी बंदा अपने पिर नाल लिहाज नहीं पाउंदा, होर सारा कुछ कर लैंदा, सारे नेम निभा दिंदा सारे, ते कल्ला बैठा सोचदा रहिंदा यार गल नहीं बनी, आ कहा सी आ भी कर लिया, आ कहा सी आ भी कर लिया, इन्ने पाठ भी कर ले, आ भी कर ले, करा भी दिते, दान भी बड़ा करते हैं, आ भी करते हैं, फिर भी गल नहीं बनी। गल मित्रा इस करके नहीं बनी कि जिहड़ी ओ किरिया ना सूई च धागा पाउण वो बरीक जगह देखनी, गुर दिखलाई मोरी जहाँ मिर्ग पड़त है चोरी, सवासां दे नाल नाल जाना, नाल नाल वार आउणा। इदों बाद जिहड़ियां घटनावां वापरदियां सब नाल अलग अलग आ। ਇਹਦੇ दर्शन करने आ प्रकाश दे अंदर जिहड़ा मन तू जोत स्वरूप है, अपना मूल पछाण, तेरा मूल परम पिता परमात्मा है, प्रकाश रूप है तू। वो देखना अखां बंद करके, इन्हां अखां तो बाझों अखी बाझों वेखना, बिन कन्ना सुनना, पैरी बाझों चलना, बिन हत्थां करना। वो गल्लां चलणियां है, सारिਆਂ वास्ते, किसी एक वास्ते नहीं। ये सुने हो कंत महेलियो, फिर सेवियो शब्द विचारे। सुनो नहीं सहेलियो, गल सुनो, सुनो कंत महेलियो। आओ उहदी गल करिए, पिर दी, अपने माही दी, सेवगे उहनूं, सेवा करिए। किवें होगी उहदी सेवा? उहदे शब्द दी विचार करिए। जिमें जिमें उहदे बारे सोचांगे, उहदा शब्द सानूं सुनना शुरू हो जाऊगा, उहदे अर्थ उगड़ने शुरू हो जाणगे, बाणी दे अर्थ अंदर आउणे शुरू हो जाणगे। इन्हां अर्थां नाल जिहड़ी उहदी सर्व व्यापकता समझ आउणी शुरू हो जाऊगी। अगे सतगुरु की कहंदे आ, सब जग आप उपायोण आवण जाण संसारा। ये जिहड़ा शब्द आ ना, जिहड़ा एक ओंकार सतनाम दी सत्ता दा शब्द आ, जिहड़ा आदि तो सच है, सारा जग इहने आप ही उपाया। आवण जाण संसारा, संसार दे आउण जाण दा हिसाब किताब भी उहने ही ला के दिता होया। ਜਿਹੜੇ ਉਹਨੂੰ ਵੇਖਣਾ ਸ਼ੁਰੂ ਕਰ ਦਿੰਦੇ ਆ, ਵਾਚਣਾ ਸ਼ੁਰੂ ਕਰ ਦਿੰਦੇ ਆ, ਜਿਨ੍ਹਾਂ ਨੇ ਬਾਹਰੀ ਤੌਰ ਤੇ ਵਾਚਿਆ ਉਹ ਇੰਨਾ ਕੁ ਵੀ ਨੇੜੇ ਚਲੇ ਗਏ ਆ ਕਿ ਸੂਰਜ ਨੇ ਤਾਂ ਅਸਮਾਨਾਂ 'ਚ ਚੜ੍ਹਨਾ ਹੈ, ਹਜ਼ਾਰਾਂ ਲੱਖਾਂ ਕੋਹਾਂ ਦੂਰ ਹੈ ਇੱਥੋਂ, ਪਰ ਉਹ ਮਾਂ ਦੇ ਪੁੱਤ ਇੱਥੇ ਬੈਠੇ ਦੱਸ ਦਿੰਦੇ ਆ ਕਿ ਕੱਲ ਨੂੰ ਸੂਰਜ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਸਕਿੰਟ ਤੇ ਚੜੂਗਾ, ਤੇ ਸ਼ਾਮ ਨੂੰ ਇੰਨੇ ਸਕਿੰਟ ਤੇ ਸਿਪੂਗਾ ਇੰਨੇ ਵੱਜ ਕੇ, क्योंकि उन्होंने बाहरी तौर पर बहुत नेड़ता हासिल कर ली। उन्होंने सारे ग्रहां नक्षत्रां उन्होंने चाल ढाल टाइम सब कुछ एक्यूरेट कलैक्शन कर ली। पर यदा मतलब ये नहीं कि वह अंदरले नूं जान गया, ये गल ही अलग आ। महाराज कहंदे सब जग आप उपाय हुण आवण जाण संसारा। बाहरी आवण जाण ट्रैफिक दे मुलाजमां वांगू जानकारी बाहर ही रह जाती है। माया मोह खुआयण मर जम्मै बारो बारा। गाहां उल्टा की कीता वा, जिहड़ी माया शक्ति है, जिहड़ी आद शक्ति है, प्रकृति मां, इहनूं ताकतां इन्नियां बेथाह दित्तियां होईयां मालक ने कि असीं ठहर नहीं सकदे इहदे सामने। ये माया दा मोह, साडे लोक ना कई माया पैसिਆਂ ਨੂੰ समझ लैंदे आ। पैसिਆਂ ਦਾ मोह कल्ले पैसे नहीं, माया सारे काहे दे मोह ਨੂੰ ही कहा। पैसा तो करंसी अलग अलग देशों च अलग अलग हिसाब नाल आ। आदिवासियों च है ही नहीं, उत्थे एक दूजे तो एक चीज़ लै ला, दूजी लिया, एक दिया दूजी लिया, उत्थे फिर की करांगे। जानी असल दे विच जो वरतारा वरतदा ना संसार च, ये माया दा मोह आ। ये कहंदे साडी सारे जीवन की ताकत खो लैंदा। सानू प्यारा ही इन्ना लगदा कि असीं इहदी खेड च ही लगे रहने आ। सानू कोई माड़ा मोटा लीडर जां कोई होर माड़ा जा हत्थ ला दे आए, कदे तुरया जांदा, कहदे आ जा कर नाल चलिया कर, जां फलाना काम करया कर। सारे नितनेम वगैरह छड्ड के असीं आपदा सारा बिगाड़ ही पा लैने आ। उहदी गल दे मगरी भज्जे फिरदे आ। मोह ही ताकत दा इन्ना कि वो बजदियां सलामां, वो हुंदे जिहड़े सिस्टम है सानू घेर लैंदे आ। माया मोह खुआयन,
फिर कहते जदों अंदर ध्यान ना दिता, अपने आपे दे नेड़े ना आया, मर जम्मै बारो बारा। फिर मरी जाना जम्मी जाना, बस एक खेड चली जाती है संसार की। ये कहना ही सौखा नहीं, मरी जाता जम्मी जाता। जम्मण तो बाद जिहड़े दुख भोगदा बहुत औखे आ, बहुत ज़्यादा दुख आ। इदू बड़ा दुख कोई नहीं। जिमें जिमें जागदे हैं दुख बद महसूस होंदे आ। मर जम्मै बारो बारा, बद है बकारा, ज्ञान बिहूणी मुठी। कहंदे नाले तां बारो बारी मरदा जमदा, ते उधरों बकार भी वधदे आ। लड़ाइयां झगड़े जो भी संसार दे बेकार आ सारे काहदा करके महाराज कहंदे ज्ञान नहीं है ना। इन्नी की तां गल है कि इत्थों चले जाना, समझ आ जे, रह सकते नहीं। एक ये गल जच जे कि पता ही नहीं किहड़े वेले उन्हें टूटी बंद कर देनी आ, पता ही नहीं, कोई जान ही नहीं सकता दुनिया का। महाराज कहंदे हम आदमी हैं एकदमी, दम आया तो आदमी नहीं, बस खत्म, मिट्टी दी ढेरी। इन्नी की गल समझ आ जे, जच जे, बकार बकूर तां उड़ जांदे आ। मर जम्मै बारो वारा, बधे बकारा, ज्ञान बिहूणी मुठी। ये ज्ञान तो बिना ये गल वापरदी है। ते साडे जिहड़े सवास है, साडे जिहड़े प्राण शक्ति सानू दे के तुरे, वो सारी लुट्टी जाती है। ध्यान ही नहीं जाता इस गल करनी तक कि असीं जाना है। तो जाण तो पहलां तैयारी होनी साडी बहुत जरूरी है। सानू पता होना चाहिए कि असीं प्रकाश दे पुत्तर हाँ, ते प्रकाश नू प्रगट करना पहलां पहलां जाण तो। बिन शब्द पिर ना पायो, जन्म गवायो, रोवै अवगणियारी झूठी। वो जिहड़ा सर्वव्यापी शब्द है, ਇਹਦੇ ਨਾਲ ਸਾਂਝ ਪਾਏ ਬਿਨਾ ਪਹਿਲਾਂ ਸਵਾਸਾਂ ਨਾਲ ਸਾਂਝ ਪਊਗੀ, ਫਿਰ ਉਹ ਸ਼ਬਦ ਨਾਲ ਸਾਂਝ ਪਊਗੀ। ਬਿਨ ਸ਼ਬਦ ਹੈ ਫਿਰ ਨਾ ਪਾਇਓ, ਉਹ ਪਰਮਾਤਮਾ ਦੀ ਸਮਝ ਨਹੀਂ ਆਉਣੀ, ਉਹਦੇ ਰੰਗ ਰੂਪ ਹੀ ਨਹੀਂ ਦਿਸਣੇ, ਉਹਦਾ ਸਿਸਟਮ ਹੀ ਨਹੀਂ ਸਮਝ ਆਉਣਾ। ਜਨਮ ਗਾਵਿਓ, ਆ ਜਨਮ ਐਵੇਂ ਹੀ ਚਲਿਆ ਜਾਣਾ, ਗਵਾ ਦੇਣਾ ਅਸੀਂ। ਰੋਵੈ ਅਵਗਣਿਆਰੀ ਝੂਠੀ, ਔਗਣਾ ਨਾਲ ਭਰੀ ਹੋਈ ਝੂਠੀ ਇਹ ਧਾਣਾ ਜਿਹੜੀ ਫਿਰ ਰੋਂਦੀ ਹੈ। झूठे मोह च फसी हुई, झूठियां गल्लां च फसी हुई। जिथे जे भी हैगे जिंदगी का हिसाब ला के देख लो, पिछे साथ किहने दिता। गुरबाणी च शब्द आउणगे दसणगे कि लोड़ां नाल ही है सारा कुछ। जिन्ना चਿਰ तुसीं किसी दियां लोड़ां कोई पूरीआं करदे हो, उन्ना चिर ही मेरी मेरी है ते मेरा अपना है। ते जिद्दे वो गल चली जाती है ना, कोई नहीं पुछदा। बिन शब्दा पिर ना पायो, जन्म गवायो, रोवै अवगणियारी झूठी। फिर जग जीवन किसनों रोईया, रोवै कंत विसारे। ये जगत का जीवन है जिहड़ा, वो पिर है ना जिहड़ा परमात्मा। देखो सूत्र है जिहड़े सीक्रेट नाल नाल दसी जांदे आ महाराज भी, वो कौन है? कहंदे पिर जग जीवन, आ सारे जगत का जीवन है जिहड़ा, जिहदे चों कुछ हिस्सा साडे कोल भी हैगा। बेशक वो थोड़े रूप च सानू दिसदा नहीं, तो देखण लई सानू सुरत लाउणी पैणी है, पर हैगा। पिर जग जीवन किसनों रोईया, रोने रोने किनू आ? रोवै कंत विसारे, कंत नू विसार के रोने कि वह कित्थे है। ते सब तो वड्डी बदकिस्मती ये है कि वह जिहड़ा कही जांदा इहदे कोल ही आ। सब जग आप उपाए, ओण आवण जाण संसारे। कहंदे सारा जग उहने आप ही पैदा कीता ते आउण जाण दे चक्करां च पा रखिया, वो आप ही कर रहा। सो पिर सच्चा सद ही साचा, है ना ओह मरै ना जाए। कहंदे ओह सच्चा जिहड़ा पिर है ना, सदा ही सच्चा। होता आद तो सच्चा बाबे ने मोहर ला के दित्ती भी आ कि जिहदी गल असीं गुरबाणी च करांगे, जिहड़ी गल तुहानूं समझाउणी चाहुंदे आ, ये गल उस एक ओंकार ते सतनाम दी होऊगी पूरे गुरु ग्रंथ साहिब च। ते जदों ही गल सच्चे दी करांगे, वो आद तो सच है जिहड़ा, जिहड़ा सामने आके मिट जांदा, मिटण वाले सच दी गल कदे नहीं करी, जिहड़ा आद तो सच्चा। महाराज कहंदे सो पिर सच्चा सद ही साचा, सद ही साचा है, ना वो मरै ना जाए। महाराज कहंदे क्योंकि मरन की भाषा तो साडे कोले है ना, ये तो साडे समाज की मजबूरी है कि असीं मरना जम्मना समझते हैं, तां शब्द वरतने पैंदे। नहीं उस एंगल तो खड़िया तो एक गल ही झूठी हो जाती है, क्योंकि मौत है ही नहीं। उत्थे तो उधरों तो जीवन ही आउंदा ते जीवन ही वापस जांदा। आ लोथड़ा जां मास दा राह चों लिया सी, राह च ही सिੱਟ ਗਿਆ ਜਾਂਦਾ। ਉਹ
उधरले पासे तो जीव नहीं पहुँचता, उधरले वाले रिश्तेदारां तो कोई फर्क ही नहीं पैंदा। वो तो जप्पियां पापा मिलते आ जा भी आ जा आया किवें रिहा तजर्बा ऐतकी, फिर भुल गया यार मैं तो ऐतकी, उत्थे फिर उही गल्लां। बस गाहां नूं सही, गाहां नूं फिर आई करना, आपां किहड़ा संभलना है जां सुधरना है। सो फिर सच्चा सद ही साचा है, ना हो मरै न जाए, भूली फिरै धन इयाणियां, रंड बैठी दूजे पाए। वो सदा ही है महाराज कहते किधरे नहीं गया, ना जाना उन्हें। पर आह जिहड़ी धन है ना साडी रूह आत्मा साडी, कहते भुली फिरै धन इयाणियां, ये भुली भी आ, कहते रंड बैठी दूजे पाए। ਐਵੇਂ रंडी कहाई जाती है, काहदा करके दूजे भाज करके, कहती मेरा कोई नहीं। भुलेखा ही है ना, ਜਦੋਂ बोल रही है मेरा कोई नहीं, ਉਹ ਕੋਲੇ ਉਦੋਂ भी ਵਿੱਚ ਹੀ ਅੰਦਰ ਸਾਹ ਲੈ ਲਈ ਬੋਲਦੀ ਹੈ। ਉਹ ਪਵਨ ਗੁਰੂ ਉਦੋਂ भी ਨਾਲ ਹੀ ਹੈ, ਤੇ ਉਹ ਸ਼ਬਦ ਸਰਬ ਵਿਆਪਕ ਆ ਜਿਹੜਾ ਸਾਡੇ ਉਦੋਂ भी ਅੰਦਰ ਹੀ ਹੈ। ਮਹਾਰਾਜ ਜੀ ਕਹਿੰਦੇ ਇਹਨੂੰ ਰੰਡ ਨੂੰ ਸੂਹੀ ਨਹੀਂ ਆਉਂਦੀ ਹੈ। ਭੁੱਲੀ ਫਿਰੈ ਧਨ ਆਣੀਆਂ, ਰੰਡ ਬੈਠੀ ਦੂਜੇ ਭਾਏ, ਭਾਓ ਦੂਜਾ ਬਣਾ ਲਿਆ ਬਸ। ਤੇ ਇਹ ਸਿਸਟਮ ਆ ਸੰਸਾਰ ਦਾ, ਜਿਹੇ ਜੀ ਭਾਵਨਾ ਬਣਾ ਲਓਗੇ ਉਵੇਂ ਦਿਸਣ ਲੱਗ ਜਾਂਦਾ। ਮਹਾਰਾਜ ਕਹਿੰਦੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਤੇ ਉਹ ਦੂਜਾ ਭਾਉ ਹੀ ਤੋੜਨਾ ਸਾਧੂ ਨੇ, ਸੰਤ ਨੇ, ਗੁਰੂ ਨੇ, ਸਤਿਗੁਰ ਨੇ, ਕਿ ਤੂੰ ਬਖਸ਼ੀ ਹੋਈ ਆ, ਤੇਰੇ ਨਾਲ ਆ ਮਾਲਕੋ, ਮੁੜ ਅੰਦਰ ਨੂੰ। ਤਾਂ ਸਤਿਗੁਰੂ ਅੱਗੇ ਕਹਿੰਦੇ ਰੰਡ ਬੈਠੀ ਦੂਜੇ ਭਾਏ, ਮਾਇਆ ਮੋਹੇ ਦੁੱਖ ਪਾਏ, ਆਪ ਘਟੈ ਤਨ ਸੀਜੈ। ਕਹਿੰਦੇ ਬਸ ਉਹ ਫਿਰ ਦੂਜੇ ਭਾਉ 'ਚ ਹੀ ਜਿਉਂਦੀ ਆ, ਮੇਰਾ ਕੌਣ ਹੈ, ਮੇਰਾ ਕੋਈ ਨਹੀਂ ਦੁਨੀਆ ਤੇ। ਤੇ ਜਿਹੜਾ ਉਹਦਾ ਹੈਗਾ, ਜਿਹੜਾ ਉਹਨੂੰ ਜਿਉਂਦੀ ਰੱਖੀ ਬੈਠਾ, ਉਹਦੇ ਕਨੀ ਧਿਆਨ ਹੀ ਨਹੀਂ, ਤੇ ਨਾ ਧਿਆਨ ਦਿੰਦੀ ਹੈ। ਰੰਡ ਬੈਠੀ ਦੂਜੇ ਭਾਏ, ਮਾਇਆ ਮੋਹੇ ਦੁੱਖ ਪਾਏ। ਮਾਇਆ ਦੇ ਮੋਹ 'ਚ ਫਸੀ ਹੋਈ ਦੁੱਖ ਹੀ ਪਾਉਂਦੀ ਆ, ਗੇੜੇ ਕੱਢੀ ਜਾਂਦੀ ਹੈ। ਆਪ ਘਟੈ ਤਨ ਸੀਜੈ, ਆਰਜੂ ਘਟਦੀ ਜਾਂਦੀ ਹੈ, ਤਨ ਨਿਰਬਲ ਹੁੰਦਾ ਜਾਂਦਾ, ਉਨੀ ਤਾਕਤ ਵੀ ਨਹੀਂ ਰਹਿੰਦੀ। ਦਿਨੋਂ ਦਿਨ ਫਿਰ ਫਿਕਰ ਆਉਂਦਾ ਬੁਢਾਪੇ 'ਚ ਸਾਂਭੂ ਕੌਣ। ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ। ਕਹਿੰਦੇ ਜੋ ਕੁਛ ਵੀ ਇੱਥੇ ਆਇਆ ਨਾ ਸੰਸਾਰ ਦੇ ਵਿੱਚ, ਜੋ ਕੁਝ ਵੀ ਹੈ, ਇਹ ਛਣ ਭੰਗਰ ਹੈ, ਦੇਖਣ ਨੂੰ ਹੀ ਲੱਗਦਾ ਖੜਾ ਕਿੰਨਾ ਕੁਛ। ਸਭ ਕੁਛ ਜਾਸੀ, ਸਭ ਕੁਛ ਚਲੇ ਜਾਣਾ। ਅੱਜ ਜਦੋਂ ਆਪਾਂ ਮਾੜੇ ਮੋਟੇ ਕਿਤੇ ਜਾਂਦੇ ਆ, ਬੜੇ ਬੜੇ ਕਿਲੇ ਵੇਖਦੇ ਆ, ਜੋ ਦੇਣਿਆ ਕਿਸੇ 100 ਸਾਲ 'ਚ ਬਣਿਆ, ਕੋਈ 200 ਸਾਲ 'ਚ ਬਣਿਆ, ਕਿੰਨੇ ਸ਼ੌਂਕ ਨਾਲ ਬਣਾਏ ਹੋਣਗੇ ਉਹਨਾਂ ਲੋਕਾਂ ਨੇ। ਉਹ ਖੰਡਰ ਪਏ ਅੱਜ ਤੋਂ ਭੁਰ ਜਾਂਦੇ ਆ, ਸਾਰੇ ਜਾਈ ਜਾਂਦੇ ਆ। ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਦੂਜੇ ਭਾਏ। ਦੁੱਖਾਂ ਦਾ ਕਾਰਨ ਹੀ ਦੂਜਾ ਭਾਉ ਆ। ਜਿੱਦੇ ਸੈਟਿੰਗ ਬਹਿ ਜਾਂਦੀ ਹੈ, ਇੱਕ ਭਾਵ 'ਚ ਆ ਜਾਣੇ ਆ, ਆਪਣੇ ਨੇੜੇ ਆ ਜਾਂਦੇ ਆ, ਆਪਣੇ ਸਵਾਸਾਂ ਨਾਲ ਯਾਰੀ ਪੈ ਜਾਂਦੀ ਹੈ, ਚਿੱਤ ਕਰਤਾਰ ਵੱਲ, ਹੱਥਕਾਰ ਵੱਲ ਹੋ ਜਾਂਦਾ, ਉਦੋਂ ਹੀ ਦੁੱਖ ਲੱਗਦਾ ਹੀ ਨਹੀਂ। ਪਰਿਸਥਿਤੀਆਂ ਹੀ ਬਦਲ ਜਾਂਦੀਆਂ। ਜਿੱਡਾ ਵੱਡਾ ਦੁੱਖ ਬਣਾਈ ਬੈਠੇ ਹੁੰਦੇ, ਹੁੰਦਾ ਨਹੀਂ ਹੈ, ਉਹ ਦੂਜੇ ਭਾਉ ਕਰਕੇ ਹੀ ਹੁੰਦਾ। ਮਹਾਰਾਜ ਜੀ ਕਹਿੰਦੇ ਜੋ ਕੁਛ ਆਇਆ ਸਭ ਕੁਛ ਜਾਸੀ, ਦੁੱਖ ਲੱਗਾ ਭਾਏ ਦੂਜੈ। ਦੂਜਾ ਭਾਏ ਕਰਕੇ ਦੁੱਖ ਮਹਿਸੂਸ ਹੋ ਰਿਹਾ, ਲੱਗ ਰਿਹਾ। ਜਮ ਕਾਲ ਨਾ ਸੂਝੈ, ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ। ਕਹਿੰਦੇ ਕਦੇ ਚੇਤਾ ਨਹੀਂ ਆਉਂਦਾ ਬੰਦੇ ਨੂੰ, ਜਦੋਂ ਮੇਰੀ ਮੇਰੀ ਕਰਕੇ ਜੋੜਦਾ ਫਿਰਦਾ ਹੁੰਦਾ, ਦੁਨਿਆਵੀ ਦੌਲਤ ਨੂੰ ਭੱਜਿਆ ਫਿਰਦਾ, ਮਰਨ ਮਾਰਨ ਤਾਈਂ ਜਾਂਦਾ। ਕਹਿੰਦੇ ਉਹਦੇ ਜਮਕਾਲ ਚੇਤੇ ਹੀ ਨਹੀਂ ਹੁੰਦਾ ਕਿ ਕਾਲ ਆ ਜਿਹੜਾ ਸਮਾਂ, ਇਹਦਾ ਜਿਹੜਾ ਦੇਵਤਾ ਜਮ ਆ, ਜਿੱਦੇ ਮੇਰੀ ਗਰਦਨ ਮਰੋੜਨੀ ਆ, ਮੇਰੀ ਮੁੰਡੀ ਦੇ ਸਿਰ ਤੇ ਹੀ ਫਿਰਦਾ, ਉਹਦੇ ਬਾਰੇ ਤਾਂ ਕਦੇ ਕਹਿੰਦੇ ਸੋਝੀ ਹੀ ਨਹੀਂ ਆਉਂਦੀ। ਜਮਕਾਲ ਨਾ ਸੂਝੈ, ਮਾਇਆ ਜਗ ਲੂਝੈ। ਮਾਇਆ ਦੇ ਪਿੱਛੇ ਭੱਜਿਆ ਵਾ, ਮਾਇਆ ਦੇ ਚੱਕਰਾਂ 'ਚ ਪਿਆ ਵਾ, ਲਾਲਚੀ ਹੋਇਆ ਫਿਰਦਾ, ਮੇਰੀ ਮੇਰੀ, ਆਹ ਵੀ ਮੇਰਾ ਕਰ ਲਾ, ਆਹ ਵੀ ਮੇਰਾ ਕਰ ਲਾ। ਪਤਾ ਨਹੀਂ, ਆਨੰਦ ਨਹੀਂ ਮਾਣਦਾ ਕਿਸੇ ਵੀ ਚੀਜ਼ ਦਾ। ਜਿੰਨਾ ਕਹੇਗਾ ਉਹਦਾ ਆਨੰਦ ਵੀ ਨਹੀਂ ਲੈਂਦਾ, ਉਹ ਲੈ ਹੀ ਨਹੀਂ ਸਕਦਾ। ਉਹਦੇ ਲਈ ਟਾਈਮ ਚਾਹੀਦਾ, ਬਹਿਣਾ ਪੈਣਾ, ਹੱਸਣਾ ਖੇਡਣਾ ਪੈਣਾ। ਜੇ ਕੋਈ ਚੀਜ਼ ਕੋਲੇ ਵੀ ਹੈ, ਨਹੀਂ ਆਉਂਦਾ। ਲੱਭ ਲੋਭ ਚਿੱਤ ਲਾਏ, ਸਾਰਾ ਦਿਨ ਚਿੱਤ ਕਾਹਦੇ 'ਚ ਹੈ, ਲੱਭ 'ਚ ਤੇ ਲੋਭ 'ਚ। ਸੁਰਤ 'ਚ ਵੀ ਇਹੀ ਚੱਲਦਾ, ਫਲਾਨੇ ਨੂੰ ਠਿੱਬੀ ਕਿਵੇਂ ਲਾ ਦਿਆਂ, ਇੱਧਰੋਂ ਐਂ ਕਰਕੇ ਐਂ ਕਰ ਦੂੰ, ਫੇਰ ਦੇਖੀ ਐਂ ਹੁੰਦੀ। ਕੰਮ ਇੰਨਾ ਕੀ ਹੈ, ਹਿੱਕ ਹੀ ਥਾਪੜਦੀਆਂ ਇੱਕ ਦੋ ਲੋਕਾਂ ਅੱਗੇ ਕਿ ਇੰਨੇ ਦੇ ਮਾਲਕ ਹੈ, ਜਾਣਦਾ ਨਹੀਂ, ਬਸ ਗੱਲ ਖਤਮ। ਇਸ ਤੋਂ ਬਾਅਦ ਜਾਣਨ ਨਾ ਕੀ ਹੁੰਦਾ। ਸਤਿਗੁਰੂ ਕਹਿੰਦੇ ਸੋ ਪਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੈ ਨਾ ਜਾਏ। ਕਹਿੰਦੇ ਜਿਹਨੂੰ ਭਾਲਦੇ ਫਿਰਦੇ ਹੋ, ਜਿਹਦਾ ਕਰਕੇ ਗੱਲ ਨਿਬੜਨੀ ਹੈ, ਉਹ ਪਿਰ ਤਾਂ ਸਦਾ ਹੀ ਸੱਚਾ ਹੈ, ਸਦ ਹੀ ਸਾਚਾ।
ना वो मरै ना जाए। उस पिर की गल करदे मालक कहंदे जिहड़ा आद तो सच है, ना वो मरदा ना आउंदा जांदा। साधु संत जुग अवतार गुरु पीर आउंदे आ जांदे आ, जिहड़ा वो करता पुरख मालका संसार दा महाराज कहंदे वो सदा ही एक लय है, आद तो सच है ते रहना भी आई है। एक रोब है पिर है विछुन्नियां, अंधी ना जाना पिर नाले। महाराज कहंदे बड़े रोण धोण पाउंदियां, एक कहंदे बड़ा उच्ची उच्ची कहंदे दूजियां नूं भी नहीं टिकण दिंदियां। एक रोब है पिर है विछुन्नियां, अंधी ना जाना पिर नाले। वो इहो जिहे ढंग नाल अरदास बेनती करदियां, कई वारी डर लगदा सुन सुन के गल्लां, पर महाराज कहंदे वो जाणदी नहीं है, जिहदे करके इन्ना उच्ची उच्ची बोली जाना। जिवें कबीर साहब कहंदे सी भी खुदा किहड़ा बोला इन्ना उच्ची उच्ची आवाज़ां मारदा बांगा दिंदा है। एक रोब है पिर है विछुन्नियां, वो पिर नूं विछोड़े दे विच समझ के अंधी ना जाना पिर नाले। दूजे भाव च ही समझी बैठियां मेरे कोले कुछ नहीं। महाराज कहंदे अन्नियां हो रूहां, पिर तां नाल ही आ, वो तां खड़ा छड्डदे ही नहीं। जदों आए सी उदों पहिलां ही नाल तुर पिया, वो तो बिना आ ही नहीं सकदे। जमदियां नूं PR दे दिंदा वो तां, मैं नाल आए। वो तो बिना तां डॉक्टर ही डिकलेयर नहीं करदे भी ये जम पिया ते जिउंदा है। वो पवन गुरु हर वेले अंग संग आ। ते गुरु नानक साहब ने पूरी दुनिया लई बाणी रची है कि जिहड़ा पवन है पूरे संसार दा गुरु है, पानी पूरे संसार दा पिता, धरती सारे संसार दी माता। ना इहनूं रब नूं मन्नण नाल संबंध है इहदा, ना आस्तिक नास्तिक नाल संबंध है। ये तां जे हैगे आ तां फिर हैगे आ, इन्हां तों तुसीं भज नहीं सकदे। तां ही गुरु नानक दा दारा जिहड़ा सबना लई खुल्ला। महाराज कहंदे जदों गुरु करता पुरख नाल रह सकदा है ते आ उच्चियां नीवियां जातां दे चक्करां च पै के आपां को दूर होईए भी, सारे इक्को ही आ, उहदा ही है। पानी पिता हर वेले नाल है, धरती माता हर वेले नाल है। कोई जहानों लहदे जम्मिया जिहड़े जातां दा माण करदे आ। बाबे नानक कोले उन्हां लई कोई थां नहीं जिहड़े इन्हां चक्करां च पैंदे आ। महाराज कहंदे बई वो तां सदा ही सच्चा। गुर प्रसादी साचा फिर मिलै, अंतर सदा संभाले। कहंदे गुरु दी किरपा नाल पहलां तां तुसीं गुरु मन्नो तां सही। साडे तां सिੱਖੀ ही पुट्ठी चल पई सारी, गुरु नहीं हुंदा, गुरु नहीं हुंदा, यही गल चल पई सारे थाई। गुरु नानक दा धर्म ही गुरु तो शुरू हुंदा कि गुर प्रसाद जो भी मिलना मिलना ही गुरु की कृपा नाल है। गुरु नानक ने खुद संगत नूं नामदान दे के वरतारा वरताया, ओहदी अधिकार देते कि तुसीं अगे देना है। ये गल्लां समझाउणियां, ये सूत्र देने आ, फिर ही सिੱਖੀ खड़ी हुई सी एडी वड्डी। हर गुरुआं ने मंजियां पीढ़े बख्श के ड्यूटियां लाइयां कि अलग अलग इलाकिਆਂ च जाके अपने आपे ना जोड़ो दुनिया नूं। हर एक दे अंदर रब वसदा। जदों रब नाल पहचान हो जाती है, बंदा शांति च सकून च जिउंदा जिथे भी हैगा। ते आ कुछ समय तो 100 साल तो पता नहीं की अंग्रेज़ां ने इहो जी बूटी पलाई है, उहो जिहियां किताबां लिखाइयां, उहो जिहा सिस्टम तैयार करवाया, साडा ब्रेन वाश ही करता। पूरा गुरु ग्रंथ साहब साडे सामने है कि गुर प्रसाद गुरु की कृपा बिना मिलदा कुछ नहीं। साधु कोल जाना पैंदा, संत कोल जाना पैंदा, सेवा करनी पैंदी है, सिमरन करना पैंदा, अपने आपे ना बहना पैंदा। इस तरह के प्रचारक पैदा करते कि ਜਿਹੜੇ ਕਹਿੰਦੇ बहन की लोड़ ही नहीं, क्योंकि बेचारे सच्चे वो भी आ। क्योंकि अज दे युग दा रब पैसा, ते पैसा अखां खोल के यूट्यूब ते बोल के मिलदा, फिर अखां बंद करके बैठण की लोड़ की आ। सही गल आ। यही कारण ते महाराज कहंदे गुर प्रसादी साचा पिर मिला। गुरु की कृपा बिना जिहड़ा तुहाथों सीनियर है, जिन्हें कुछ ना कुछ जान लिया, वो तुहानूं जना सकदा। जिहदा दीवा खुद जग चुकिया वो तुहाडा दीवा जगा सकदा। गुर प्रसादी साचा पिर मिलै, वो सच्चा मिलदा। अंतर सदा संभाले, संभालना अंदर पैंदा। गुरु दी भी निशानी है, तुहानूं जदों जोड़ू तुहाडे अपने आपे ना जोड़ू, वो करते पुरख ना जोड़ू। सन च नहीं कुछ पाउंदा, वो आपदे ख्याल भी सन च लिया के तुहानूं मगर नहीं तोरी फिरदा।
ਤੁਸੀਂ ਜਿੱਥੇ ਵੀ ਹੈਗੇ ਹੋ ਤੁਹਾਨੂੰ ਮੁਬਾਰਕ ਆ ਤੁਹਾਡਾ ਜੀਵਨ। ਗੁਰੂ ਦਾ ਮਤਲਬ ਗੁਲਾਮੀ ਕੱਟ ਦੇਣ ਵਾਲਾ, ਹਨੇਰੇ ਤੋਂ ਪ੍ਰਕਾਸ਼ ਵੱਲ ਲਿਜਾਣ ਵਾਲਾ। ਜਿਹੜਾ ਆਪਦੀ ਗੁਲਾਮੀ 'ਚ ਤੁਹਾਨੂੰ ਨੂੜ ਲਵੇ ਉਹ ਗੁਰੂ ਹੀ ਨਹੀਂ ਹੈ। ਉਹਨੂੰ ਗੁਰੂ ਸਾਹਿਬ ਨੇ ਡੰਮੀ ਗੁਰੂ ਕਿਹਾ। ਉਹ ਦੰਭੀ ਆ, ਪਖੰਡੀ ਆ। ਕੀ ਲੋੜ ਆ ਕਿਸੇ ਨੂੰ ਨਾਲ ਤੋਰਨ ਦੀ? ਉਸ ਤਰ੍ਹਾਂ ਜਿੱਥੇ ਤੁਸੀਂ ਹੈਗੇ ਹੋ ਤੁਸੀਂ ਭਰੇ ਪੂਰੇ ਹੋ। ਤੁਸੀਂ ਹਾਂ ਆਪਦੇ ਸ਼ੌਂਕ ਲਈ ਤੁਸੀਂ 10 ਦਿਨ ਆਪਦਾ ਮਨੋਬਲ ਬਦਲਣ ਲਈ ਕਿਤੇ ਜਾਂਦੇ ਹੋ, ਟੂਰ ਤੇ ਜਾਂਦੇ ਹੋ, ਸੇਵਾ 'ਚ ਜਾਂਦੇ ਹੋ, ਸਿਮਰਨ ਤੇ ਜਾਂਦੇ ਹੋ, ਸਤਸੰਗ 'ਚ ਜਾਂਦੇ ਹੋ। ਤੁਹਾਡੀ ਖੁਸ਼ੀ ਆ, ਤੁਹਾਡੇ ਤੇ ਬੰਨਣ ਨਾ ਹੋਵੇ। ਕਿਉਂਕਿ ਜੋ ਮਿਲਣਾ ਉਹ ਤਾਂ ਅੰਦਰੋਂ ਮਿਲਣਾ, ਬਾਹਰੀ ਤੌਰ ਤੇ ਤਾਂ ਸਿੱਖਿਆਵਾਂ। ਗੁਰ ਪ੍ਰਸ਼ਾਦੀ ਸਾਚਾ ਪਿਰ ਮਿਲਾ, ਅੰਤਰ ਸਦਾ ਸੰਭਾਲੇ। ਮਹਾਰਾਜ ਕਹਿੰਦੇ ਧਿਆਨ ਰੱਖੀ, ਮਿਲਣਾ ਅੰਦਰੋਂ ਹੀ ਹੈ, ਦੱਸਣਾ ਗੁਰੂ ਨੇ ਹੈ ਜਿਹਨੇ ਜਾਣ ਲਿਆ, ਤੇ ਤੂੰ ਸੰਭਾਲਣਾ ਉਹਨੂੰ। ਤੁਸੀਂ ਆ ਸੰਭਾਲਣਾ ਸ਼ੁਰੂ ਕਰ ਦਿਓ। ਆਉਂਦੇ ਜਾਂਦੇ ਸਵਾਸਾਂ ਨੂੰ ਧਿਆਨ 'ਚ ਰੱਖਣਾ ਸ਼ੁਰੂ ਕਰ ਦਿਓ। ਜਿੱਥੇ ਖੜੋਗੇ, ਬੈਠੋਗੇ, ਤੁਰੋਗੇ, ਤੁਹਾਡਾ ਜੀਵਨ ਬਦਲ ਜਾਣਾ ਸਾਰਾ। ਤੁਹਾਨੂੰ ਉਹ ਗੱਲਾਂ ਸੁਣਨੀਆਂ ਸ਼ੁਰੂ ਹੋ ਜਾਣੀਆਂ ਜਿਹੜੀਆਂ ਹੋਰਾਂ ਨੂੰ ਨਹੀਂ ਸੁਣਦੀਆਂ। ਤੁਹਾਨੂੰ ਉਹ ਦਿਸਣਾ ਸ਼ੁਰੂ ਹੋ ਜਾਣਾ ਜਿਹੜਾ ਹੋਰਾਂ ਨੂੰ ਨਹੀਂ ਦਿਸਦਾ। ਥੋੜੇ ਟਾਈਮ 'ਚ ਹੀ ਆਮ ਲੋਕਾਂ ਨੂੰ ਤਾਂ 50% ਜਾਗ ਜਾਂਦੇ ਹੋ ਤੁਸੀਂ। ਤੇ ਜਦੋਂ ਚੱਜ ਨਾਲ ਬਹਿਣਾ ਸ਼ੁਰੂ ਕਰ ਦਿੰਦੇ ਹੋ, ਕਿਰਪਾ ਬੜੀ ਹੁੰਦੀ ਹੈ, ਬਹੁਤ ਚੜ੍ਹਦੀ ਕਲਾ। ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ। ਮਹਾਰਾਜ ਕਹਿੰਦੇ ਉਹ ਪਿਰ ਨਾ ਜਿਹੜਾ ਮਾਹੀ ਹੈ ਉਹ ਅੰਦਰ ਹੈ, ਅੰਤਰ ਸੰਭਾਲੇ। ਅੰਤਰ ਚੱਲ ਰਿਹਾ ਉਹਨੂੰ ਸੰਭਾਲਣਾ, ਉਹਦੇ ਸਰਨ ਆਉਣਾ। ਸੰਭਾਲਣ ਦਾ ਮਤਲਬ ਸਦਾ ਹੈ ਨਾਲੇ। ਕੋਈ ਟਾਈਮ ਐਸਾ ਨਹੀਂ ਹੈ ਕਿ ਉਹ ਤੁਹਾਤੋਂ ਦੂਰ ਹੋ ਜੇ, ਜਾਂ ਤੁਸੀਂ ਦੂਰ ਕਰ ਸਕੋ ਕੁਛ ਖਾ ਕੇ ਪੀ ਕੇ, ਆਹ ਕਰਕੇ ਉਹ ਕਰਕੇ। ਇਹ ਸਭ ਉਲਝਾਉਣ ਦੀਆਂ ਗੱਲਾਂ। ਜਿਹੜਾ ਪਿਰ ਅੰਦਰ ਆ ਨਾ, ਪਿਰ ਅੰਤਰ ਸੰਭਾਲੇ, ਜਿਹਨੇ ਸੰਭਾਲਿਆ ਹੋਇਆ ਸੰਸਾਰ ਸਾਰਾ, ਤੇ ਤੁਸੀਂ ਵੀ ਸੰਭਾਲੇ ਹੋ, ਤੇ ਤੁਸੀਂ ਉਹਦੀ ਸਰਨ ਜਾਣਾ ਹੈ। ਸਦਾ ਹੈ ਨਾਲੇ, ਸਦਾ ਹੀ ਨਾਲ ਆ ਉਹ ਤਾਂ। ਮਨਮੁਖ ਜਾਤਾ ਦੂਰੇ, ਜਿਹੜੇ ਦੂਰ ਸਮਝਦੇ ਆ ਮਹਾਰਾਜ ਕਹਿੰਦੇ ਉਹ ਮਨਮੁਖ ਆ। ਉਹਦਾ ਸਰਟੀਫਿਕੇਟ ਤੁਹਾਨੂੰ ਕਿਸੇ ਤੋਂ ਨਹੀਂ ਲੈਣਾ ਪੈਣਾ ਕਿ ਤੁਹਾਨੂੰ ਕੋਈ ਦੂਜਾ ਦੱਸੂਗਾ ਤੁਸੀਂ ਗੁਰਮੁਖ ਹੋ ਗਏ ਹੋ, ਤੁਸੀਂ ਸਾਧੂ ਹੋ, ਤੁਸੀਂ ਸੰਤ ਹੋ, ਤੁਸੀਂ ਭਲੇ ਪੁਰਸ਼ ਹੋ। ਨੋ ਨੋ, ਦੂਜੇ ਤਾਂ ਚਾਪਲੂਸੀ ਭਾਲਦੇ ਆ, ਜੋ ਮਰਜ਼ੀ ਕਹਾਲੋ ਇਹਨਾਂ ਤੋਂ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਸਮਝੀ ਬੈਠਾ, ਮੈਨੂੰ ਪਤਾ ਮੇਰਾ ਪਿਰ ਮੇਰੇ ਨਾਲ ਆ। ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ। ਜਿਹੜਾ ਮਨਮੁਖ ਦੂਰ ਸਮਝਦਾ। ਮਨਮੁਖ ਜਾਣੀ ਉਹ ਹੈ ਜਿਹਨੇ ਇਹ ਗੱਲ ਜਾਣੀ ਨਹੀਂ ਹੈ ਕਿ ਮੇਰੇ ਅੰਦਰ ਹੀ ਹੈ। ਮਨਮੁਖ ਉਹ ਹੈ ਜਿਹੜਾ ਹਲੇ ਬਾਹਰ ਭਟਕਦਾ ਫਿਰਦਾ, ਜਿਹੜਾ ਬਾਹਰੋਂ ਖੋਜ ਰਿਹਾ, ਬਾਹਰੀ ਚੱਕਰਾਂ 'ਚ ਪਿਆ ਹੋਇਆ। ਤੇ ਆਮ ਤਾਂ ਇਹ ਹੈ ਵੀ 99-98% ਬੰਦਾ ਭਾਲ ਤਾਂ ਮਾਇਆ ਹੀ ਰਿਹਾ ਬਾਹਰੋਂ। ਤੇ ਮਾਇਆ ਇਹ ਕੌੜਾ ਸੱਚਾ ਮਿਲੂਗੀ ਬਾਹਰੋਂ ਹੀ। ਉਹ ਭੱਜੋ ਜਿੰਨਾ ਭੱਜੀਦਾ। ਜੇ ਬਾਹਰੀ ਤੌਰ ਤੇ ਮਾਇਆ ਚਾਹੀਦੇ ਆ, ਬਾਹਰੀ ਤੌਰ ਤੇ ਅਹੁਦੇ ਚਾਹੀਦੇ ਆ, ਭੱਜੋ ਜਿੰਨਾ ਭੱਜੀਦਾ। ਉਹ ਬਾਹਰੋਂ ਹੀ ਮਿਲਣਗੇ। ਉਹ ਬਾਹਰੀ ਸੇਵਾ ਨਾਲ ਮਿਲਣਗੇ, ਬਾਹਰੀ ਚਾਪਲੂਸੀ ਨਾਲ ਮਿਲਣਗੇ। ਜੇ ਆਪਣੇ ਆਪੇ ਨੂੰ ਦੇਖਣਾ, ਉਹਦੇ ਲਈ ਲੋੜ ਨਹੀਂ ਕਿਸੇ ਕੋਲ ਜਾਣ ਦੀ। ਉਹ ਤਾਂ ਤੁਹਾਡੀ ਸੁਰਤ ਹੀ ਪਲਟਣੀ ਚਾਹੀਦੀ। ਅੱਖਾਂ ਬੰਦ ਹੋਈਆਂ, ਸੁਰਤ ਅੰਦਰ ਗਈ, ਆਉਂਦੇ ਜਾਂਦੇ ਸਵਾਸਾਂ ਨਾਲ ਸਾਂਝ ਪਈ, ਸ਼ਬਦ ਗੁਰੂ ਦੇ ਅਲਾਰਮ ਸੁਣਨੇ ਸ਼ੁਰੂ ਹੋ ਜਾਂਦੇ, ਅਣਹਦ ਨਾਦ ਚੱਲ ਪੈਂਦੇ ਆ। ਹੌਲੀ ਹੌਲੀ ਜਿਵੇਂ ਜਿਵੇਂ ਤੁਹਾਡੇ ਚੱਕਰਾਂ ਤੋਂ ਉੱਪਰ ਊਰਜਾ ਉੱਠਦੀ ਹੈ, ਤੁਹਾਨੂੰ ਪਤਾ ਲੱਗਦਾ ਕਿ ਕੁਛ ਹੋ ਰਿਹਾ। ਕਿਸੇ ਨੂੰ ਕੀਰਤਨ ਸੁਣਦਾ, ਕਿਸੇ ਨੂੰ ਕੁਛ ਸੁਣਦਾ, ਕਿਸੇ ਨੂੰ ਘੜਿਆਲ ਵੱਜਦੇ ਸੁਣਦੇ ਆ, ਕਿਸੇ ਨੂੰ ਸੰਖ ਸੁਣਦੇ ਆ। ਪੰਜ ਸ਼ਬਦ ਉਹਦੇ ਵਿੱਚ ਦੀ ਲੰਘਣਾ ਸਾਰੇ ਕਾਹੇ ਦੇ ਅੱਗੇ ਆਨੰਦ ਰੂਪ ਪ੍ਰਕਾਸ਼, ਜਿਹਦੇ ਚੋਂ ਆਨੰਦ ਝਰਦਾ। ਤੁਹਾਨੂੰ ਪਤਾ ਲੱਗੂ ਨਾ ਜੋ ਤੁਹਾਨੂੰ ਆਨੰਦ ਆਇਆ। ਕਿਸੇ ਤੋਂ ਮੋਹਰ ਲਵਾ ਕੇ ਆਪਾਂ ਕੀ ਲੈਣਾ ਵੀ ਮੈਂ ਬਹਿਣਾ ਹੁੰਨਾ ਜਾਂ ਮੈਂ ਜਾਗਦਾ ਹੁੰਨਾ। ਕਦੇ ਨਾ ਲੋਕਾਂ ਕੋਲ ਗੱਲਾਂ ਜਾ ਕੇ ਕਰੋ, ਕੁਛ ਕਰਦੇ ਹੁੰਦੇ ਆ। ਗੁਰੂ ਸਾਹਿਬ ਸੇਵਾ ਲੈ ਲੈਂਦੇ ਆ ਜੀ, 5 ਕੁ ਪਾਠ ਫਲਾਨੇ, 4 ਪਾਠ ਸੁਖਮਨੀ ਸਾਹਿਬ ਦੀ ਸੇਵਾ ਲੈ ਲੈਂਦੇ ਜੀ। ਦੱਸਣਾ ਗੁਰੂ ਦੇ ਬਹਾਨੇ ਨਾਲ ਆ, ਗੱਲ ਆਪਦੀ ਦੱਸਣੀ ਹੈ। ਤੇ ਵੀ ਨਾ ਦੱਸ ਸਰਦਾ ਨਹੀਂ ਹੈ। ਜੇ ਤੈਨੂੰ ਕੋਈ ਆਨੰਦ ਆਉਂਦਾ, ਤੈਨੂੰ ਅੰਦਰੋਂ ਆਉਂਦਾ ਹੋਣਾ, ਠੀਕ ਆ। ਕਿਉਂ ਨਮੈਸ ਲਾਉਣਾ ਇਸ ਗੱਲ ਦੀ, ਮੈਂ ਆਹ ਕਰਦਾ, ਉਲਝ ਜਾਏਗਾ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨਮੁਖ ਜਾਤਾ ਦੂਰੇ। ਮਨਮੁਖ ਨਾ ਬਣੋ, ਅੰਦਰੋਂ ਜਾਣੋ। ਉਹ ਆਦਤੋਂ ਸੱਚ ਆ, ਤੁਹਾਡੇ ਨਾਲ ਹੀ ਆ। ਉਹ ਇੱਕ ਹੈ ਤੇ ਸਾਰੇ ਹੀ ਉਹਦੇ ਪੁੱਤਰ ਆ। ਇਹ ਗੱਲ ਭੁੱਲਣੀ ਨਹੀਂ। ਗੁਰੂ ਨਾਨਕ ਨੂੰ ਮੁੱਖ ਰੱਖਣਾ, ਪ੍ਰਚਾਰਕਾਂ ਨੂੰ ਨਹੀਂ। ਜਿਹੜੇ ਗੁਰੂ ਨਾਨਕ ਦੀ ਨਹੀਂ ਮੰਨਦੇ, ਉਹ ਕੋਈ ਵੀ ਹੋਣ, ਕਿੱਡੇ ਹੀ ਪ੍ਰਚਾਰਕ ਹੋਣ, ਉਹਨਾਂ ਦਾ ਕਿੱਡਾ ਹੀ ਮਾਣ ਸਨਮਾਨ ਹੋਵੇ। ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਏ ਉਰਦ ਸੁਣੀ ਹੋਏ,
ਉਹਨਾਂ ਨੂੰ ਲੋਕ ਨਵਾਂ ਖੰਡਾਂ ਵਿੱਚ ਜਾਣਦੇ ਹੋਣ, ਨਾਲ ਵੀ ਤੁਰਦੇ ਹੋਣ, ਪੈਰੀ ਹੱਥ ਵੀ ਲਾਉਂਦੇ ਹੋਣ, ਭੇਟਾਵਾਂ ਵੀ ਦਿੰਦੇ ਹੋਣ। ਜੇ ਤਿਸ ਨਾ ਵੀ ਬਾਤ ਨਾ ਪੁੱਛਿਆ ਕਿ ਬਾਬੇ ਨਾਨਕ ਦੀ ਗੱਲ ਤੇ ਜਾਣਾ ਕਿ ਸਭੇ ਸਾਂਝੀ ਵਾਲ ਸਦੈਣ, ਕੋਈ ਨਾ ਦਿਸੇ ਵਾਰਾ ਜੀਓ। ਬਾਬੇ ਨਾਨਕ ਦੀ ਗੱਲ ਮੰਨਣੀ ਹੈ ਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਪ੍ਰਚਾਰਕਾਂ ਤੋਂ ਕੁਛ ਨਹੀਂ ਲੈਣਾ, ਕਿੱਡੇ ਹੀ ਵੱਡੇ ਹੋਣ, ਇੱਕ ਸਾਈਡ ਤੇ ਰੱਖ ਦਿਓ ਲਾ ਕੇ। ਗੁਰੂ ਦੇ ਮੰਨੋਗੇ, ਗੁਰੂ ਦੀ ਸੁਣੋਗੇ, ਫੇਰ ਹੀ ਪਰਮ ਸ਼ਾਂਤੀ ਨਾਲ ਬਾਹ ਪੈਣਾ। ਇਹ ਤਨ ਰੁੱਲਾ ਰਲਾਇਆ, ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਮਹਾਰਾਜ ਕਹਿੰਦੇ ਇਹ ਤਨ ਨੇ ਰੁੱਲ ਜਾਣਾ ਇੱਕ ਦਿਨ। ਇਹ ਤਨ ਰੁੱਲਾ ਰਲਾਇਆ, ਕਾਮ ਨਾ ਆਇਆ, ਕਿਸੇ ਕੰਮ ਨਹੀਂ ਆਉਣਾ ਇਹ ਹੋਰ। ਜਿੰਨੀ ਖਸਮ ਨਾ ਜਾਤਾ ਹਦੂਰੇ। ਇੱਕ ਗੱਲ ਕਰਨ ਵਾਸਤੇ ਤੈਨੂੰ ਇਹ ਇੰਸਟਰੂਮੈਂਟ ਦਿੱਤਾ ਸੀ ਪਰਮਪਿਤਾ ਪਰਮਾਤਮਾ ਨੇ, ਇਹ ਹਰਮੰਦਰ ਦੇ ਕੇ ਤੋਰਿਆ ਸੀ ਕਿ ਇਹਦੇ ਹੁੰਦਿਆਂ ਹੁੰਦਿਆਂ ਤੂੰ ਮੇਰੀ ਹੋਂਦ ਨੂੰ ਦੁਨੀਆ 'ਚ ਰਹਿੰਦਿਆਂ ਪਹਿਚਾਣ ਸਕਦਾ ਹੈ। ਇਹਦੇ ਅੰਦਰੋਂ ਦੇਖ ਲਏਗਾ ਤਾਂ ਸਾਰੇ ਸੰਸਾਰ 'ਚ ਦਿਖ ਜੂਗੀ। ਤੈਨੂੰ ਬਹੁਤ ਵੱਡਾ ਮੌਕਾ ਦਿੱਤਾ। 84 ਲੱਖ ਜੂਨੀਆਂ ਕਹਿਣ ਦੀ ਗੱਲ ਨਹੀਂ ਹੈ, ਹੈਗੀਆਂ। ਇਹ ਬਾਹਲੀਆਂ ਵਿਗਿਆਨਕ ਜੀਆਂ ਗੱਲਾਂ ਕਰਕੇ ਖੜਾ ਨਹੀਂ ਛੁੱਟਦਾ। ਇਹ ਸੱਚੀ ਮਿੱਚੀ ਆ ਸਾਰਾ ਕੁਝ, ਜੋ ਕੁਝ ਵੀ ਹੈ, ਜੋ ਬਾਣੀ 'ਚ ਲਿਖਿਆ, ਜੋ ਦੱਸਿਆ, ਉਹ ਸੱਚੀ ਮਿੱਚੀ ਵਰਤਾਰੇ ਵਰਤਦੇ ਆ, ਵਰਤ ਹੀ ਰਹੇ ਆ ਤੁਹਾਡੇ ਨਾਲ। ਵਿਗਿਆਨ ਤਾਂ ਕਿਤੇ ਦੀ ਕਿਤੇ ਲੈ ਗਿਆ ਆਪਾਂ ਨੂੰ। ਵਿਗਿਆਨ ਨੇ ਸੌਖੇ ਨਹੀਂ ਕਰਤਾ ਆਪਾਂ ਨੂੰ। ਵਿਗਿਆਨ ਦੁੱਖ ਕੱਟਦੇ ਨਾ, ਰੋਗ ਕੱਟੇ ਨਾ। ਡਾਕਟਰ ਕਹਿ ਦਿੰਦੇ ਵੀ ਇਦੋਂ ਵੱਧ ਨਹੀਂ, ਕੁਛ ਨਹੀਂ ਹੈ, ਹੋਰ ਕਰ ਲਓ ਕੁਛ ਅਰਦਾਸਾਂ ਬੇਨਤੀਆਂ, ਕੋਈ ਇਲਾਜ ਨਹੀਂ ਹੁੰਦਾ ਜਦੋਂ ਇੱਧਰੋਂ ਟੁੱਟਦਾ। ਇਹ ਤਨ ਰੁੱਲਾ ਰਲਾਇਆ, ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਹਜੂਰੇ। ਜਿਨ੍ਹਾਂ ਨੇ ਉਹ ਖਸਮ ਨੂੰ, ਪਰਮ ਪਿਤਾ ਨੂੰ, ਉਹ ਪਿਰ ਨੂੰ ਇੱਥੇ ਜਾਣਿਆ ਨਹੀਂ ਨਾ ਹਿਰਦੇ ਦੇ ਵਿੱਚ, ਉਹਨਾਂ ਦੇ ਪੱਲੇ ਕੁਛ ਨਹੀਂ ਹੈ ਤੇ ਦੂਰ ਜਾਣੇ ਕਿਤੇ ਨਹੀਂ। ਯਾਰ ਇੰਨੀ ਕੀ ਖੇਡ ਹੈ। ਜਿੱਥੇ ਵੀ ਬੈਠੇ ਹੋ, ਕਿਹੇ ਜਿਹੇ ਵੀ ਹੈਗੇ ਹੋ ਤੁਸੀਂ, ਬਹਿ ਜਾ ਕਰੋ ਚੌਂਕੜਾ ਲਾ ਕੇ ਸਿਰਫ 5 ਮਿੰਟ। ਧੰਨ ਗੁਰੂ ਨਾਨਕ ਕਹਿ ਕੇ, ਗੁਰੂ ਨਾਨਕ ਸਾਹਿਬ ਤੁਸੀਂ ਕਿਹਾ ਨਾ ਪਵਨ ਗੁਰੂ ਆ ਲੈ, ਮੈਂ ਇਸ ਗੁਰੂ ਦੇ ਚਰਨ ਪਰਸਦਾ। ਨਾਲ ਸੁਰਤ ਲੈ ਕੇ ਜਾਓ ਆਪਦੀ ਨਾਭੀ ਤਿੱਕਰ, ਨਾਲ ਹੀ ਵਾਪਸ ਆ ਜਾਓ। ਐਂ ਕਰਦੇ ਕਰਦੇ ਜੋ ਗੁਰੂ ਨਾਨਕ ਦੇਵ ਮਹਾਮੰਤਰ ਦਿੰਦੇ ਹੁੰਦੇ ਸੀ ਨਾ ਸੇਵਕਾਂ ਨੂੰ, ਨਾਨਕ ਸੋਹੰਗ ਹੰਸਾ ਜਪ ਜਪ ਹੋ, ਤੇਰ ਭਵਨ ਤਿਸੈ ਸਮਾਹੇ। ਅੰਦਰ ਸਾਹ ਜਾਂਦਾ ਸੋ, ਬਾਹਰ ਆਉਂਦਾ ਹਮ। ਉਹ ਸੋਹੰਗ ਦਾ ਅਜੱਪਾ ਜਾਪ ਆਪੇ ਚੱਲ ਪੈਣਾ, ਆਪੇ। ਲੋੜ ਨਹੀਂ ਪੈਣੀ ਚਲਾਉਣ ਦੀ, ਬੋਲਣ ਦੀ ਲੋੜ ਨਹੀਂ, ਕਹਿਣ ਦੀ ਲੋੜ ਨਹੀਂ। ਸਿਰਫ ਤੁਹਾਡੀ ਸੁਰਤ ਹੋਣੀ ਹੈ, ਤੁਹਾਨੂੰ ਸੁਣਨਾ। ਤੁਸੀਂ ਦਰਸ਼ਨਾਂ 'ਚ ਹੀ ਰਹਿਣਾ ਹਰ ਵੇਲੇ। ਇਹਨੂੰ ਹਿਰਦੇ 'ਚ ਜਾਣਨਾ। ਕੋਈ ਡੰਡਕ ਮੰਡਕ ਕਰਨ ਦੀ ਲੋੜ ਨਹੀਂ, ਕਿਤੇ ਭੱਜਣ ਦੀ ਲੋੜ ਨਹੀਂ। 5 ਮਿੰਟਾਂ ਤੋਂ ਸ਼ੁਰੂ ਕਰ ਲਓ, 50 ਆਪੇ ਬਣ ਜਾਣਗੇ। 50 ਮਿੰਟਾਂ ਦੇ 5 ਘੰਟੇ ਆਪੇ ਬਣ ਜਾਂਦੇ ਆ। ਕੰਮ ਧੰਦਿਆਂ ਦੇ ਵਿੱਚੋਂ ਹੀ ਨਿਕਲਿਆ ਆਉਂਦਾ ਟਾਈਮ। ਕੰਮ ਹੀ ਉਹੋ ਜਿਹੇ ਦੇਣੇ ਸ਼ੁਰੂ ਕਰ ਦਿੰਦਾ ਸਤਿਗੁਰੂ। ਤੁਸੀਂ ਖੁਸ਼ ਹੋਵੋਗੇ ਕਿ ਇੰਨਾ ਵਧੀਆ ਸਿਸਟਮ ਆ ਯਾਰ ਇਹ। ਟਰਾਲੇ ਚਲਾਉਂਦਿਆਂ, ਗੱਡੀਆਂ ਚਲਾਉਂਦਿਆਂ ਚੱਲੀ ਤੁਰਿਆ ਜਾ ਰਿਹਾ। ਸਦਾ ਅੰਗ ਸੰਗੇ ਅਪੰਗ ਅੰਗ ਬਪੂਤੇ। ਉਹਦੀ ਕੁਮਾਰੀ, ਉਹਦਾ ਪਿਆਰ ਹਰ ਵੇਲੇ। ਫਿਰ ਸਤਿਗੁਰੂ ਕੀ ਕਹਿੰਦੇ ਆ, ਨਾਨਕ ਸਾ ਧਨ ਮਿਲੈ ਮਲਾਈ, ਫਿਰ ਅੰਤਰ ਸਦਾ ਸੰਭਾਲੇ। ਕਹਿੰਦੇ ਉਹ ਧਨ, ਉਹ ਜੀਵ ਇਸਤਰੀ, ਉਹ ਰੂਹ, ਪਾਕ ਪਵਿੱਤਰ ਰੂਹ, ਨਾਨਕ ਸਾ ਧਨ ਮਿਲੈ ਮਲਾਈ, ਉਹ ਮਿਲ ਪੈਂਦੀ ਆ। ਫਿਰ ਅੰਤਰ ਸਦਾ ਸੰਭਾਲੇ। ਜਿਹਨੇ ਆਪਣੇ ਪਿਰ ਨੂੰ ਗੁਰੂ ਦਾ ਬਚਨ ਮੰਨ ਕੇ, ਪਵਨ ਨੂੰ ਗੁਰੂ ਮੰਨ ਲਿਆ, ਅੰਤਰਾਤਮੇ ਸਦਾ ਸੰਭਾਲ ਲਿਆ। ਨਾਨਕ ਸਾ ਧਨ ਮਿਲੈ ਮਲਾਈ, ਫਿਰ ਅੰਤਰ ਸਦਾ ਸੰਭਾਲੇ। ਹਰ ਵੇਲੇ ਸਦਾ। ਤੇ ਸਦਾ ਦਾ ਮਤਲਬ ਸਦਾ। ਜਿੱਦੇ ਆਹ ਬੌਡੀ ਨਾ ਵੀ ਰਹੀ ਨਾ, ਸਰੀਰ ਨੇ ਤਾਂ ਇੱਥੇ ਧਰਮ ਹੈ ਧਰਤੀ ਦਾ। ਜੋ ਵੀ ਆਇਆ ਉਹਨੇ ਜਾਣਾ ਹੈ, ਇਹਨੂੰ ਛੱਡ ਕੇ ਜਾਣਾ। ਕਿਸੇ ਰੂਪ 'ਚ ਛੱਡ ਜੇ ਕੋਈ, ਭਾਵੇਂ ਤੱਤਾਂ ਨੂੰ ਤੱਤਾਂ 'ਚ ਮਿਲਾ ਜੇ, ਜਿਵੇਂ ਗੁਰੂ ਨਾਨਕ ਸਾਹਿਬ ਮਿਲਾ ਕੇ ਗਏ ਆ। ਹੋਰ ਵੀ ਬੜੇ ਸਤਿਗੁਰਾਂ ਦੇ ਕਿਰਪਾ ਕੀਤੀ ਹੈ ਜਿਨ੍ਹਾਂ ਗੁਰਮੁਖਾਂ ਤੇ, ਉਹਨਾਂ ਨੇ ਵੀ ਇਹ ਖੇਡਾਂ ਵਰਤਾਈਆਂ ਕਿ ਆਪਣੇ ਤੱਤਾਂ ਨੂੰ ਤੱਤਾਂ 'ਚ ਮਿਲਾਤਾ, ਥੱਲੇ ਉੱਥੇ ਕੁਛ ਵੀ ਨਹੀਂ ਨਿਕਲਿਆ, ਫੁੱਲਾਂ ਦੀਆਂ ਢੇਰੀਆਂ ਜਾਂ ਕੁਛ ਵੀ ਨਹੀਂ। ਇੱਕ ਗੁਰਮੁਖ ਪਿਆਰਾ ਹੋਇਆ ਜਿਹਨੇ ਮਹਾਰਾਜ ਦੀ ਹਜ਼ੂਰੀ 'ਚ ਹੀ ਆਪਣੇ ਆਪ ਨੂੰ ਇਸ ਤਰ੍ਹਾਂ ਭੇਟ ਕਰਤਾ ਸੀ। ਉੱਥੇ ਮੁੜ ਕੇ ਕੁਛ ਵੀ ਨਹੀਂ, ਨਾ ਕੋਈ ਹੱਡੀ, ਨਾ ਕੋਈ ਹੋਰ, ਬ੍ਰਹਮ ਅਗਨੀ ਜਗਾ ਕੇ। ਇਹ ਸਾਰਾ ਕੁਛ ਹੈ, ਪਰ ਬਿਨਾਂ ਤਪੱਸਿਆ, ਬਿਨਾਂ ਕਮਾਈਆਂ,
औखियां गल्लां ਇਹ ਸਮਝਣੀਆਂ ਤੇ ਸਮਝਾਉਣੀਆਂ। ਨਾਨਕ ਸਾ ਧਨ ਮਿਲੈ ਮਲਾਈ, ਫਿਰ ਅੰਤਰ ਸਦਾ ਸੰਭਾਲੇ। ਸਦਾ ਹੀ ਸੰਭਲ ਜਾਂਦਾ, ਸਦਾ ਲਈ ਤੁਹਾਡਾ ਇੱਕ ਦਰਜਾ ਬਣ ਜਾਂਦਾ। ਧਰੂੰ ਦੀ ਵਾਂਗੂ ਇੱਕ ਪਦਵੀ ਬਣ ਜਾਂਦੀ ਹੈ ਨਿਰੰਕਾਰ ਦੇ ਦਰ ਤੇ। ਤੁਹਾਡੀ ਪੂਰੀ ਖੜੀ ਹੋ ਜਾਂਦੀ ਹੈ ਆਪ ਦੀ। ਜਿਵੇਂ ਕੈਨੇਡਾ 'ਚ ਜਾ ਕੇ ਫਾਰਮ ਲੈ ਲੈਂਦੇ ਹੋ ਨਾ, ਬੜੇ ਤੋਂ ਬੜਾ, ਕਿ ਹਜ਼ਾਰਾਂ ਲੋਕਾਂ ਨੂੰ ਤੁਸੀਂ ਰੱਖ ਸਕਦੇ ਹੋ ਕੰਮ, ਐ ਪੂਰੀ ਮਿਲ ਜਾਂਦੀ ਹੈ ਆਪਣੀ। ਜਿਹਨੂੰ ਜੀ ਚਾਹੀਦਾ ਰੱਖ ਸਕਦੇ ਹੋ, ਤਾਰ ਸਕਦੇ ਹੋ। ਤਾਂ ਹੀ ਮਹਾਰਾਜ ਨੇ ਕਿਹਾ ਕੀਤੀ ਸੁੱਟੀ ਨਾਲ। ਕਿੰਨੇ ਹੀ ਲੋਕ ਹੋਰ ਸੁੱਟ ਜਾਂਦੇ ਆ ਤੁਹਾਡੇ ਨਾਲ, ਜਿਹੜੇ ਤੁਹਾਨੂੰ ਪਿਆਰ ਕਰਦੇ ਹੁੰਦੇ ਆ, ਤੁਹਾਨੂੰ ਚਾਹੁੰਦੇ ਹੁੰਦੇ ਆ। ਤੁਸੀਂ ਗੁਰਪ੍ਰਸਾਦ ਵਰਤਾਉਣੇ ਉਹਨਾਂ ਨਾਲ, ਤੇ ਉਹ ਤੁਹਾਥੋਂ ਚਾਹੁੰਦੇ ਹੁੰਦੇ ਆ। ਤੇ ਮਹਾਰਾਜ ਕਹਿੰਦੇ ਜਿੰਨੀ ਨਾਮ ਧਿਆਇਆ, ਸ਼ਰਤ ਧਿਆਉਣ ਦੀ ਆ। ਜਪਣ ਤੋਂ ਬਾਅਦ, ਸਿਮਰਨ ਤੋਂ ਬਾਅਦ ਸਟੇਜ ਆਉਂਦੀ ਹੈ ਧਿਆਉਣ ਦੀ। ਧਿਆਉਣਾ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ। ਮਸਕਤਾਂ ਕੀਤੀਆਂ, ਘਾਲਣਾ ਕੀਤੀ। ਨਾਨਕ ਤੇ ਮੁਖ ਉਜਲੇ ਕੀਤੀ ਸੁੱਟੀ ਨਾਲ। ਜਿਹੜਾ ਮੁਖ ਉਜਲਾ ਹੋਣਾ ਵੱਖਰਾ, ਧਰੂ ਤਾਰੇ ਵਾਂਗੂ ਜਗਣਾ ਦੁਨੀਆ ਤੇ ਕਿੰਨਿਆਂ ਨੇ ਤਰ ਜਾਣਾ। ਜਿਵੇਂ ਆਪਾਂ ਵੀ ਤਾਂ ਤਰ ਹੀ ਰਹੇ ਹਾਂ ਨਾ ਗੁਰੂ ਨਾਨਕ ਨਾਲ। ਤੇ ਗੁਰੂ ਨਾਨਕ ਦੀ ਦਿੱਤੀ ਵਿਧੀ ਇਹ ਖੇਡ ਨਹੀਂ ਹੈ। ਨਹੀਂ ਕੋਈ ਦੱਸ ਰਿਹਾ ਇਹ ਗੱਲ, ਇਹ ਜਾਣ ਬੁੱਝ ਕੇ ਰੋਕਿਆ ਗਿਆ। ਹੋਰ ਗੱਲਾਂ ਚਲਜਾਇਆ ਗਿਆ ਜਿਹੜੀਆਂ ਨੇੜੇ ਨਹੀਂ ਆਉਂਦੀਆਂ। ਤਾਂ ਹੀ ਬੰਦੇ ਵਿਚਾਰੇ ਸਾਰੀ ਉਮਰ ਉਹ ਗੱਲਾਂ ਨੂੰ ਮੰਨ ਕੇ ਇੱਥੇ ਆ ਕੇ ਕਈ ਵਾਰੀ ਰੋਂਦੇ ਆ ਜੀ। ਸਾਰੀ ਜ਼ਿੰਦਗੀ ਲੰਘ ਗਈ, ਸਭ ਕੁਝ ਕਰਕੇ ਦੇਖ ਲਿਆ, ਗੱਲ ਨਹੀਂ ਬਣੀ। ਬਣੇ ਕਿਵੇਂ? ਇਹ ਤਾਂ ਕਿਰਪਾ ਮਾਈ ਦੇਸਾਂ ਦੀ, 10ਵੇਂ ਪਾਤਸ਼ਾਹ ਦੀ। ਉਹ ਜਿਹੜੇ ਸੂਤਰ ਦੇ ਕੇ ਗਏ ਸਿੱਧੇ ਮਿਲ ਗਏ ਤੇ ਸਿੱਧੇ ਹੀ ਲਾਗੂ ਕਰ ਲਏ ਤੇ ਸਿੱਧਾ ਹੀ ਮਿਲ ਗਿਆ। ਸ਼ੁਕਰਾਨਾ ਕਰਦੇ ਆ ਮਾਂ ਦਾ, ਜਿਹਨੇ ਆਪਦੀ ਕੁਲ 'ਚ ਜਨਮ ਦਿੱਤਾ। ਫਿਰ ਇੱਥੇ ਵਿਹਲੇ ਬੈਠਿਆਂ ਨੂੰ ਪੜ੍ਹਾਇਆ ਲਿਖਾਇਆ। ਉਹੋ ਜਿਹੇ ਗੁਰੂ ਸਾਧੂ ਸੰਤ ਟਕਰਾਏ ਜਿਨ੍ਹਾਂ ਦੀ ਸੇਵਾ ਕਰਦਿਆਂ ਸਾਰੇ ਪੱਲੇ ਪਏ ਸੂਤਰ। ਨਾਲ ਗੁਰੂ ਨਾਨਕ ਤੋਂ ਮੋਹਰਾਂ ਲਵਾਈਆਂ ਬਾਣੀ 'ਚੋਂ। ਫਿਰ ਜਾ ਕੇ ਗੱਲਾਂ ਬਣਦੀਆਂ। ਨਾਨਕ ਸਾ ਧਨ ਮਿਲੈ ਮਲਾਈ, ਫਿਰ ਅੰਤਰ ਸਦਾ ਸੰਭਾਲੇ। ਇੱਕ ਰੋਬ ਹੈ ਫਿਰ ਹੈ ਵਿਸ਼ੁੰਨੀਆਂ, ਅੰਧੀ ਨਾ ਜਾਣਾ ਫਿਰ ਹੈ ਨਾਲੇ। ਅਖੀਰ ਤੇ ਨਿਬੇੜਤਾ ਮਹਾਰਾਜ ਨੇ ਇੱਥੇ ਆ ਕੇ। ਕਹਿੰਦੇ ਧਨ ਹੈ ਉਹ ਰੂਹਾਂ ਜਿਨ੍ਹਾਂ ਨੇ ਅੰਦਰ ਜਾਣ ਲਿਆ ਤੇ ਮਿਲ ਗਈਆਂ। ਨਾਨਕ ਸਾ ਧਨ ਮਿਲੈ ਮਲਾਈ, ਫਿਰ ਅੰਤਰ ਸਦਾ ਸੰਭਾਲੇ। ਸਦਾ ਲਈ ਸੰਭਾਲਿਆ ਗਿਆ। ਉਹ ਸਿਸਟਮ ਬੁੱਕਲ 'ਚ ਆ ਗਿਆ। ਫਿਰ ਮਰਜ਼ੀ ਆ ਹੁਣ, ਜੀਵਨ ਮੁਕਤੀ ਆ। ਪਰਉਪਕਾਰ ਲਈ ਆਉਣਾ ਹੋਇਆ ਗੇੜਾ ਗੂੜਾ ਮਾਰਨੇ ਸੰਸਾਰ 'ਚ ਤਾਂ ਠੀਕ ਹੈ। ਨਹੀਂ ਕੋਈ ਬੰਨ੍ਹ ਕੇ ਨਹੀਂ ਤੋਰ ਸਕਦਾ। ਪੂਰਨ ਆਜ਼ਾਦੀ, ਮਰਜ਼ੀ ਹੁੰਦੀ ਹੈ। ਜਨ ਪਰਉਪਕਾਰੀ ਆਈ। ਜਿਹੜੇ ਉਹਦੇ ਜਨ ਬਣ ਜਾਂਦੇ ਆ ਨਾ, ਪਰਉਪਕਾਰ ਲਈ ਤਾਂ ਆ ਸਕਦੇ ਆ। ਬੰਧਨਾਂ 'ਚ ਬੰਦੇ ਨਹੀਂ ਆਉਂਦੇ। ਤੇ ਬੰਧਨ ਉਹਨਾਂ ਚਿਰ ਹੀ ਆ ਮਿੱਤਰੋ ਜਿੰਨਾ ਚਿਰ ਜਾਗਦੇ ਨਹੀਂ ਹਾਂ। ਜਾਗੋ ਮਹਾਰਾਜ ਕਹਿੰਦੇ ਇੱਕ ਰੋਬ ਹੈ ਫਿਰ ਹੈ ਵਿਛੁੰਨੀਆਂ। ਇੱਕ ਫਿਰ ਰੋਂਦੀਆਂ ਹੀ ਤੁਰੀਆਂ ਫਿਰਦੀਆਂ ਸਾਰੀ ਉਮਰ। ਅੰਧੀ ਨਾ ਜਾਣਾ ਫਿਰ ਹੈ ਨਾਲੇ। ਉਹ ਅੰਨੀਆਂ, ਉਹ ਅੰਧੀਆਂ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਜਾਣ ਸਕਦੀਆਂ। ਜਿਹੜੇ ਬਾਣੀ ਤੋਂ ਬਹੁਤ ਦੂਰ ਆ, ਬਾਣੀ ਪੜ੍ਹਦੇ ਨਹੀਂ, ਉਹਨਾਂ ਦੀ ਤਾਂ ਗੱਲ ਹਲੇ ਛੱਡੋ। ਜਿਹੜੇ ਬਾਣੀ ਪੜ੍ਹਦੇ ਸੁਣਦੇ ਆ, ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਆ, ਉਹਨਾਂ ਦੀ ਵੀ ਇਹ ਗੱਲ ਸਮਝ ਨਹੀਂ ਪੈਂਦੀ ਕਿ ਉਹ ਸਦਾ ਹੀ ਨਾਲ ਆ। ਇੱਕ ਰੋਬ ਹੈ ਫਿਰ ਹੈ ਵਿਛੁੰਨੀਆਂ, ਅੰਧੀ ਨਾ ਜਾਣਾ ਫਿਰ ਹੈ ਨਾਲੇ। ਉਹ ਫਿਰ ਤਾਂ ਨਾਲ ਆ, ਅੰਦਰ ਬੈਠਾ। ਸਵਾਸਾਂ ਰਾਹੀਂ ਜਾਈਦਾ। ਜਿੱਦੇ ਸ਼ਬਦ ਤੇ ਸੁਰਤ ਦਾ ਸੁਮੇਲ ਹੋ ਗਿਆ, ਤੁਹਾਨੂੰ ਝਲਕਾਰੇ ਪੈ ਜਾਣੇ ਆ। ਸਾਹ ਤਾਂ ਬਾਗੀ ਰਹੇ ਆ। ਸੁਰਤ ਨੂੰ ਇਹਦੇ ਨਾਲ ਲਾਉਣਾ, ਲਿਵ ਲਾਉਣੀ ਆ। ਤੇ ਜਿੱਦੇ ਧਿਆਨ ਇਹਦੇ ਵਿੱਚ ਲੱਗ ਗਿਆ, ਸੁਰਤ ਇਹਦੇ ਨਾਲ ਇੱਕ ਮਿੱਕ ਹੋ ਗਈ, ਤਾਂ ਖੇਡ ਖੁੱਲ ਜਾਣੀ ਆ। ਕਦੇ ਵੀ ਖੁੱਲ ਸਕਦੀ ਹੈ, ਕਦੇ ਵੀ। ਲਾਇਆ ਕਰੋ 5-5 10-10 ਮਿੰਟ। ਬਾਣੀ ਪੜ੍ਹੋ, ਸ਼ੁਕਰਾਨਾ ਕਰੋ, ਗੁਰੂ ਤੋਂ ਮੰਗੋ। ਸਾਰੀਆਂ ਸੈਟਿੰਗਾਂ ਦੇਣੀਆਂ ਹੋਣਾ ਹੀ ਆ। ਆਪੇ ਸਾਧੂ ਟਕਰਾ ਦੇਣੇ ਆ, ਸੰਤ ਟਕਰਾ ਦੇਣੇ ਆ। ਆਪਣੇ ਆਪ ਉਹਨੇ ਵਿਧ ਬਣਾ ਦੇਣੀ ਆ ਉਸ ਤਰ੍ਹਾਂ ਦੀ। ਮਹਾਰਾਜ ਕਿਰਪਾ ਕਰਨ, ਦਇਆ ਦ੍ਰਿਸ਼ਟੀ ਬਣਾਈ ਰੱਖਣ। ਬੜੀ ਰਹਿਮਤ ਕੀਤੀ ਹੈ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ। ਕੋਟਾਨ ਕੋਟ ਧੰਨਵਾਦ ਆ ਮੇਰੇ ਪਾਤਸ਼ਾਹ ਦਾ। ਸਭ ਤੋਂ ਵੱਧ ਧੰਨਵਾਦ ਆ ਕਲਗੀਆਂ ਵਾਲੇ ਬਾਪੂ। ਤੂੰ ਧੰਨ ਆ, ਇੱਥੇ ਭਾਗ ਲਾਏ, ਚੋਣ ਕੀਤੀ, ਆਪ ਚੱਲ ਕੇ ਆਇਓ, ਆਪਣੇ ਭਗਤਾਂ ਦੀ ਲਾਜ ਰੱਖੀ। ਸ਼ੁਕਰ ਹੈ ਦਾਤਿਆ, ਸ਼ੁਕਰ ਹੈ ਤੇਰਾ। ਤੂੰ ਆਪ ਮਾਣ ਬਖਸ਼ਿਆ। ਜਿਹਨੂੰ ਤੂੰ ਮਾਣ ਬਖਸ਼ੇ ਉਹਦਾ ਅਪਮਾਨ ਕੌਣ ਕਰ ਸਕਦਾ। ਜਿਹਦੇ ਅੰਗ ਸੰਗ ਤੂੰ ਹੋਵੇਂ ਉਹ ਇਕੱਲਾ ਕਿੱਥੇ ਰਹਿ ਸਕਦਾ। ਧੰਨਾ ਪਾਤਸ਼ਾਹ, ਧੰਨਾ। ਸਭ ਨੂੰ ਬਖਸ਼ੀ, ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ। ਜਿੱਥੇ ਵੀ ਕੋਈ ਰੂਹ ਪੁਕਾਰ ਕਰਦੀ ਹੈ ਉੱਥੇ ਪਹੁੰਚੀ। ਪਹੁੰਚਾਈ ਆਪਣੇ ਧਰਮ ਦੂਤ, ਆਪਣੇ ਸਿੰਘ ਸ਼ਹੀਦ। ਕਿਰਪਾ ਕਰਦੀ ਦਾਤਿਆ, ਕਿਰਪਾ ਕਰੀ।
ਕਟਾਨਕੋਟ ਧੰਨਵਾਦ ਹੈ ਪਾਤਸ਼ਾਹ, ਕਟਾਨਕੋਟ ਧੰਨਵਾਦ। ਸ਼ੁਕਰ ਹੈ, ਸ਼ੁਕਰ ਹੈ। ਸਰਨ ਆਏ ਨੂੰ ਦੇਗ, ਚੜ ਕੇ ਆਏ ਨੂੰ ਤੇਗ, ਤੇਰਾ ਮਿਸ਼ਨ ਸਾਰੇ ਸੰਸਾਰ 'ਚ ਸਦਾ ਹੀ ਚੜ੍ਹਦੀ ਕਲਾ 'ਚ ਰਹੇ। ਪੰਥ ਖਾਲਸਾ ਸਦਾ ਚੜ੍ਹਦੀ ਕਲਾ 'ਚ ਰਹੇ। ਤੈਨੂੰ ਸਮਰਪਿਤ ਰੂਹਾਂ ਦਾਤਿਆ ਸਦਾ ਚੜ੍ਹਦੀ ਕਲਾ 'ਚ ਰਹਿਣ। ਕਿਰਪਾ ਕਰਿਓ, ਕਿਰਪਾ ਕਰਿਓ ਵਾਹਿਗੁਰੂ। ਸਦਾ ਅੰਗ ਸੰਗੀ ਭੰਗਮ ਬਬੂਤੇ। ਕਿਰਪਾ, ਕਿਰਪਾ ਵਾਹਿਗੁਰੂ, ਕਿਰਪਾ। ਧੰਨ ਮਾਂ ਦੇਸਾਂ ਤੇਰਾ ਸ਼ੁਕਰ ਹੈ, ਸ਼ੁਕਰ ਹੈ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।